ਜਿਹੜੀ ਮੇਨ ਕੰਪੋਨੈਂਟ ਹੈ ਉਹ ਹੈਗਾ ਸੈਡਨੈਸ ਆਫ ਮੂਡ, ਮਨ ਦੀ ਉਦਾਸੀ। ਬਹੁਤ ਸਾਰੇ ਲੋਕ ਇਹਨੂੰ ਘਬਰਾਹਟ ਦੇ ਨਾਲ ਜਾਂ ਚਿੰਤਾ ਦੇ ਨਾਲ ਇਹਨੂੰ ਕਨਫਿਊਜ਼ ਕਰ ਲੈਂਦੇ ਨੇ। ਚਿੰਤਾ ਲਾਉਣੀ ਜਾਂ ਘਬਰਾਹਟ ਰੱਖਣੀ ਉਹਨੂੰ ਅਸੀਂ ਐਂਗਜ਼ਾਇਟੀ ਡਿਸਆਰਡਰਸ ਵਿੱਚ ਗਿਣਦੇ ਹਾਂ। ਬਹੁਤ ਸਾਰੇ ਲੋਕੀ ਇੱਥੋਂ ਜਾ ਰਹੇ ਨੇ ਬੜੀ ਵੱਡੀ ਗਿਣਤੀ ਦੇ ਵਿੱਚ। ਉਹ ਜਦੋਂ ਉੱਥੇ ਜਾਂਦੇ ਨੇ ਤੇ ਉਹ ਰਿਐਲਿਟੀ ਜਿਹੜੀ ਆ ਉਹ ਬੜੀ ਵੱਖਰੀ ਦੇਖਦੇ ਨੇ। ਉੱਥੇ ਦੇਰ ਆਰ ਲੋਟਸ ਆਫ ਹਾਰਡਸ਼ਿਪਸ, ਚਾਹੇ ਵੈਦਰ ਨਾਲ ਰਿਲੇਟਡ ਲੈ ਲਓ, ਕੰਮ ਨਾਲ ਲੈ ਲਓ, ਮਿਹਨਤ ਬੜੀ ਕਰਨੀ ਪੈਂਦੀ ਹੈ। ਕੁਛ ਲੋਕਾਂ ਨੂੰ ਕੱਲੀਆਂ ਦਵਾਈਆਂ ਦੀ ਲੋੜ ਪੈਂਦੀ ਹੈ, ਕੁਛ ਲੋਕਾਂ ਨੂੰ ਸਾਈਕੋਲੋਜੀਕਲੀ ਸੈਸ਼ਨਸ, ਜਿਹਨੂੰ ਆਪਾਂ ਕਾਉਂਸਲਿੰਗ ਸੈਸ਼ਨਸ ਕਹਿ ਦਿੰਦੇ ਹਾਂ, ਜਾਂ ਹੋਰ ਵੀ ਸਪੈਸੀਫਿਕਲੀ ਕੋਗਨੀਟਿਵ ਬਿਹੇਵੀਅਰ ਥੈਰੇਪੀ ਜਾਂ ਹੋਰ ਤਰ੍ਹਾਂ ਦੀਆਂ ਸਾਈਕੋਥੈਰੇਪੀਜ਼ ਕਹਿ ਦਿੰਦੇ ਹਾਂ, ਉਹਦੀ ਲੋੜ ਪੈਂਦੀ ਹੈ। ਬਹੁਤ ਸਾਰੀਆਂ ਲੇਡੀਜ਼ ਨੇ ਜਿਹਨਾਂ ਨੂੰ ਜ਼ਿਆਦਾ ਹੈ। ਇਨ ਐਨੀ ਕੇਸ ਜਿੰਨੀ ਰਿਸਰਚ ਹੈਗੀ ਉਹ ਸ਼ੋ ਕਰਦੀ ਹੈ ਵਿਮਨ ਆਰ ਡਬਲ ਇਨ ਫਿਗਰਸ ਉਹਨਾਂ ਦੇ ਵਿੱਚ ਜਿਨ੍ਹਾਂ 'ਚ ਡਿਪਰੈਸ਼ਨ ਹੈ, ਆਲਮੋਸਟ ਡਬਲ ਦ ਫਿਗਰਸ ਐਜ਼ ਕੰਪੇਅਰਡ ਟੂ ਮੈਨ। ਜਿਹੜੀ ਡਾਕਟਰ ਸਾਹਿਬ ਟ੍ਰੀਟਮੈਂਟ ਤੁਸੀਂ ਦਿੰਦੇ ਹੋ ਜਾਂ ਕੋਈ ਵੀ ਸਾਈਕੋਲੋਜਿਸਟ ਜਾਂ ਸਾਈਕੈਟਰਿਸਟ ਦੀ ਟ੍ਰੀਟਮੈਂਟ ਦਿੰਦੇ ਆ, ਉਹ ਆਪਣਾ ਯੈਲੋ ਪੈਡ ਲੈ ਕੇ ਬੈਠ ਰਹਿੰਦੇ ਨੇ, ਉਸ ਦੇ ਸਾਹਮਣੇ ਉਹ ਗੱਲਾਂ ਦੱਸੀ ਜਾਂਦਾ, ਉਹ ਲਿਖੀ ਜਾਂਦੇ ਨੇ। ਕਾਉਂਸਲਿੰਗ ਜਿਹੜੀ ਆ, ਇਹਨੂੰ ਕਾਉਂਸਲਿੰਗ ਕਹਿੰਦੇ ਹੋ ਤੁਸੀਂ? ਵਾਟ ਇਜ਼ ਕਾਉਂਸਲਿੰਗ? ਕਾਉਂਸਲਿੰਗ ਕਿਵੇਂ ਅਸਰ ਕਰ ਸਕਦੀ ਹੈ? The Harjinder Singh Show। ਅੱਜ ਹਰਦੀਪ ਸਿੰਘ ਹੋਰਾਂ ਨਾਲ ਗੱਲਬਾਤ ਹੋਏਗੀ ਡਿਪਰੈਸ਼ਨ ਦੀ ਤੇ ਹੋਰ ਮਾਨਸਿਕ ਰੋਗਾਂ ਦੀ। ਕਈ ਤਾਂ ਬਿਮਾਰੀਆਂ ਨੇ, ਕਈ ਡਿਸਆਰਡਰਸ ਨੇ, ਉਹਨਾਂ ਦੇ ਵਿੱਚ ਕੀ ਫਰਕ ਹੈ, ਔਰ ਉਹਨਾਂ 'ਚੋਂ ਬਹੁਤ ਸਾਰੇ ਲੋਕ ਜਿਹੜੇ ਨਵੇਂ ਇਮੀਗਰੈਂਟ ਆ ਰਹੇ ਨੇ ਦੂਸਰੇ ਮੁਲਕਾਂ ਤੋਂ, ਖਾਸ ਤੌਰ 'ਤੇ ਪੰਜਾਬ ਤੋਂ, ਔਰ ਉਹ ਕਿਸ ਕਿਸਮ ਦੀਆਂ ਬਿਮਾਰੀਆਂ ਨਾਲ ਲੈ ਕੇ ਆ ਰਹੇ ਨੇ ਅਤੇ ਉਹਨਾਂ ਦਾ ਇਲਾਜ ਕੀ ਉੱਥੇ ਕਰਨਾ ਸੌਖਾ ਸੀ ਜੇ ਇਮੀਗ੍ਰੇਸ਼ਨ ਡਿਪਾਰਟਮੈਂਟ ਕੋਈ ਐਸਾ ਕਾਨੂੰਨ ਬਣਾਉਂਦਾ ਕਿ ਜਿਸ ਤਰੀਕੇ ਨਾਲ ਬਾਕੀ ਦੀਆਂ ਬਿਮਾਰੀਆਂ ਜਿਹੜੀਆਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ, ਉਹਨਾਂ ਬਿਮਾਰੀਆਂ ਦੇ ਹਿਸਾਬ ਨਾਲ ਜੇ ਉਹਨਾਂ ਦਾ ਇਲਾਜ ਕਰਕੇ ਇੱਥੇ ਆਉਣਾ ਜ਼ਰੂਰੀ ਹੈ, ਤਾਂ ਫਿਰ ਕੀ ਵਜ੍ਹਾ ਹੈ ਕਿ ਮਾਨਸਿਕ ਬਿਮਾਰੀਆਂ ਦੀ ਟਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਇੱਥੇ ਵੀਜ਼ਾ ਦਿੱਤਾ ਜਾਏ ਤਾਂ ਕਿ ਕੈਨੇਡਾ ਦੇ ਵਿੱਚ ਮਾਨਸਿਕ ਰੋਗੀਆਂ ਦੀ ਗਿਣਤੀ ਨਾ ਘੱਟ ਜਾਏ। ਸੋ ਇਸ ਕਿਸਮ ਦੀ ਗੱਲਬਾਤ ਉਹਨਾਂ ਨਾਲ ਹੋਣ ਜਾ ਰਹੀ ਹੈ ਅਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਥੈਂਕ ਯੂ ਜੀ, ਥੈਂਕ ਯੂ ਸਰ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਡਿਪਰੈਸ਼ਨ ਕੀ ਹੈ ਅਤੇ ਇਹਦੀਆਂ ਅਲਾਮਤਾਂ ਕੀ ਨੇ? ਦੇਖੋ, ਡਿਪਰੈਸ਼ਨ ਆਮ ਲੋਕ ਜਦੋਂ ਗੱਲ ਕਰ ਦਿੰਦੇ ਨੇ ਉਹ ਕਹਿ ਦਿੰਦੇ ਨੇ ਜੀ ਮੈਂ ਤਾਂ ਬੜੇ ਡਿਪਰੈਸ਼ਨ 'ਚ ਚੱਲ ਰਿਹਾ। ਪਰ ਡਿਪਰੈਸ਼ਨ ਨੂੰ ਸਮਝਣ ਵਾਸਤੇ ਦੇਖੋ ਕਿ ਇਹ ਇੱਕ ਮੂਡ ਡਿਸਆਰਡਰ ਹੈ। ਇਹਦੀ ਜਿਹੜੀ ਮੇਨ ਕੰਪੋਨੈਂਟ ਹੈ ਉਹ ਹੈਗਾ ਸੈਡਨੈਸ ਆਫ ਮੂਡ, ਮਨ ਦੀ ਉਦਾਸੀ। ਬਹੁਤ ਸਾਰੇ ਲੋਕ ਇਹਨੂੰ ਘਬਰਾਹਟ ਦੇ ਨਾਲ ਜਾਂ ਚਿੰਤਾ ਦੇ ਨਾਲ ਇਹਨੂੰ ਕਨਫਿਊਜ਼ ਕਰ ਲੈਂਦੇ ਨੇ। ਚਿੰਤਾ ਲਾਉਣੀ ਜਾਂ ਘਬਰਾਹਟ ਰੱਖਣੀ ਉਹਨੂੰ ਅਸੀਂ ਐਂਗਜ਼ਾਇਟੀ ਡਿਸਆਰਡਰਸ ਵਿੱਚ ਗਿਣਦੇ ਹਾਂ। ਸੋ ਜਦੋਂ ਅਸੀਂ ਡਿਪਰੈਸ਼ਨ ਦੀ ਗੱਲ ਕਰਦੇ ਹਾਂ, ਮੁੱਖ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਵੀ ਇੱਕ ਮਨ ਦੀ ਉਦਾਸੀ ਦੀ ਸਥਿਤੀ ਜਿਹੜੀ ਕਿ ਜੇ ਕਿਸੇ ਇਨਸਾਨ ਦੇ ਵਿੱਚ ਘੱਟੋ ਘੱਟ 1 ਹਫ਼ਤੇ ਤੋਂ ਲੈ ਕੇ 2 ਹਫ਼ਤੇ ਦੇ ਵਿੱਚ ਹੋਵੇ, ਮਿਨੀਮਮ ਪੀਰੀਅਡ, ਤਾਂ ਅਸੀਂ ਉਹਨੂੰ ਗਿਣਤੀ ਵਿੱਚ ਲੈਂਦੇ ਹਾਂ। ਉਹਦੇ ਨਾਲ 2 ਹੋਰ ਬੜੀਆਂ ਜ਼ਰੂਰੀ ਚੀਜ਼ਾਂ ਨੇ। ਕਿਸੇ ਚੀਜ਼ 'ਚ ਇੰਟਰਸਟ ਨਾ ਬਣ ਪਾਉਣਾ, ਲਾਸ ਆਫ ਇੰਟਰਸਟ, ਜੋ ਕਿ ਆਪਾਂ ਨੂੰ ਪਹਿਲਾਂ ਆਮ ਤੌਰ 'ਤੇ ਚੀਜ਼ਾਂ ਦੇ 'ਚ ਰੁਚੀ ਹੁੰਦੀ ਹੈ। ਕੋਈ ਟੈਲੀਵਿਜ਼ਨ ਦੇਖਦਾ, ਕੋਈ ਗੇਮ ਖੇਡਦਾ, ਕੋਈ ਲੋਕਾਂ ਨਾਲ ਗੱਲਾਂ ਬਾਤਾਂ ਕਰਦਾ, ਉਹਦੇ 'ਚ ਰੁਚੀ ਖਤਮ ਹੋ ਜਾਂਦੀ ਹੈ। ਔਰ ਤੀਸਰੀ ਚੀਜ਼, ਉਹ ਕਹਿੰਦੇ ਸਰੀਰਕ ਤੌਰ ਦੇ ਉੱਤੇ ਇਨਸਾਨ ਜਿਹੜਾ ਬੜਾ ਆਪਣੇ ਨੂੰ ਕਮਜ਼ੋਰ ਫੀਲ ਕਰਦਾ, ਦੇਰ ਇਜ਼ ਲੈਕ ਆਫ ਐਨਰਜੀ। ਇਹ 3 ਮੇਜਰ ਸਿੰਪਟਮਸ ਨੇ। ਇਸ ਤੋਂ ਇਲਾਵਾ ਜਿਹੜੇ ਸੈਕੰਡਰੀ ਸਿੰਪਟਮਸ ਹੁੰਦੇ ਨੇ ਉਹ ਹੁੰਦੇ ਨੇ ਕਿ ਵੀ ਨਾਲ ਹੋਪਲੈਸਨੈਸ ਦੇ ਆਈਡੀਆਜ਼ ਆਉਣੇ, ਵਰਥਲੈਸਨੈਸ ਦੇ ਆਈਡੀਆਜ਼ ਆਉਣੇ, ਕੋਈ ਗਿਲਟ ਫੀਲ ਹੋਣਾ, ਜਾਂ ਲੱਗੇ ਕਿ ਕਿਸੇ ਚੀਜ਼ 'ਚ ਧਿਆਨ ਨਹੀਂ ਲੱਗ ਰਿਹਾ, ਕੌਨਸਨਟਰੇਟ ਨਹੀਂ ਕਰ ਪਾ ਰਿਹਾ। ਬਹੁਤ ਸਾਰੇ ਲੋਕ ਇਹੋ ਜਿਹੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਜੀ ਨੀਂਦ ਨਹੀਂ ਆਉਂਦੀ, ਜਾਂ ਜੇ ਆਉਂਦੀ ਹੈ ਤਾਂ ਸੁਬਾਹ ਜਲਦੀ ਉੱਠ ਖੜ੍ਹਦੇ ਨੇ, ਭੁੱਖ ਨਹੀਂ ਲੱਗਦੀ, ਵਜ਼ਨ ਘਟ ਜਾਂਦਾ ਹੈ, ਕਿਸੇ ਨਾਲ ਗੱਲਬਾਤ ਕਰਨ ਨੂੰ ਵੀ ਮਨ ਨਹੀਂ ਕਰਦਾ। ਸੋ ਇਹ ਆਪਾਂ ਮੋਟੇ ਤੌਰ 'ਤੇ ਇਹ ਸਿੰਪਟਮਸ ਦੇਖਦੇ ਹਾਂ। ਦੇ ਹੈਵ ਟੂ ਬੀ ਦੇਅਰ ਫॉर ਮਿਨੀਮਮ 2 ਵੀਕਸ, ਤਾਂ ਹੀ ਅਸੀਂ ਇਹਨਾਂ ਨੂੰ ਗਿਣਤੀ 'ਚ ਲੈ। ਹੁਣ ਕਈ ਲੋਕ ਨੇ ਜਿਹੜੇ ਇੱਕਦਮ ਭੜਕ ਜਾਂਦੇ ਨੇ ਔਰ ਕਿਸੇ ਦੀ ਪੱਗ ਲਾਉਣ ਨੂੰ ਤਿਆਰ ਹੋ ਜਾਣਗੇ, 15-20 ਮਿੰਟ ਬਾਅਦ ਉਹ ਲਿਖਤੀ ਰੂਪ 'ਚ ਮੁਆਫੀ ਮੰਗ ਰਹੇ ਹੁੰਦੇ ਨੇ। ਇਹ ਡਿਪਰੈਸ਼ਨ ਦੀ ਨਿਸ਼ਾਨੀ ਹੈ ਜਾਂ ਇਹ ਐਂਗਜ਼ਾਇਟੀ ਹੈ ਜਾਂ ਕੀ ਹੈ? ਨਹੀਂ ਥਿੰਕ ਸਾਹਿਬ, ਇਹ ਦਿਸ ਇਜ਼ ਮੋਰ ਆਫ ਪਰਸਨੈਲਿਟੀ ਟਾਈਪ। ਇਹਨਾਂ ਲੋਕਾਂ ਦੀ ਐਂਗਜ਼ਾਇਟੀ ਬਹੁਤ ਛੇਤੀ ਟ੍ਰਿਗਰ ਹੁੰਦੀ ਹੈ। ਦੇ ਆਰ ਵੈਰੀ ਪ੍ਰੋਨ, ਬੜੀ ਛੇਤੀ ਪ੍ਰਵੋਕ ਹੋ ਜਾਂਦੇ ਨੇ। ਇਹਨੂੰ ਅਸੀਂ ਡਿਪਰੈਸ਼ਨ ਦੇ ਵਿੱਚ ਨਹੀਂ ਗਿਣਦੇ ਹਾਂ, ਪਰ ਹਾਂ ਇਹ ਲੋਕ ਬੜੇ ਐਟ ਰਿਸਕ ਹੁੰਦੇ ਨੇ ਆਫ ਡਿਵੈਲਪਿੰਗ ਡਿਪਰੈਸ਼ਨ ਇਨ ਦੇਅਰ ਲਾਈਫ ਟਾਈਮ। ਡਾਕਟਰ ਸਾਹਿਬ, ਤੁਸੀਂ ਹੁਣ ਚੰਡੀਗੜ੍ਹ ਬਹੁਤ ਸਾਰੇ ਹਜ਼ਾਰਾਂ ਲੋਕਾਂ ਦਾ ਇਲਾਜ ਕਰਦੇ ਹੋ, ਕਰ ਚੁੱਕੇ ਹੋ। ਜਿਹੜੇ ਲੋਕ ਇਮੀਗਰੈਂਟ ਆ ਰਹੇ ਨੇ ਇੱਥੇ, ਨਵੇਂ ਇਮੀਗਰੈਂਟਸ ਆ ਰਹੇ ਨੇ ਕੈਨੇਡਾ ਦੇ ਵਿੱਚ, ਇੱਕ ਰਿਪੋਰਟ ਦੇ ਮੁਤਾਬਕ ਉਹਨਾਂ 'ਚ ਬਹੁਤ ਵੱਡੀ ਗਿਣਤੀ ਜਿਹੜੀ ਮਾਨਸਿਕ ਰੋਗੀਆਂ ਦੀ ਹੈ,
ਡਿਪਰੈਸ਼ਨ ਦੇ ਮਰੀਜ਼ ਨੇ ਜਾਂ ਐਂਗਜ਼ਾਇਟੀ ਜਾਂ ਕੋਈ ਹੋਰ ਡਿਸਆਰਡਰਸ ਨੇ, ਉਹਨਾਂ ਦੇ ਲਈ ਤੁਸੀਂ ਉਹਨਾਂ ਨੂੰ ਟਰੀਟਮੈਂਟ ਲੈ ਕੇ ਆਉਂਦੇ ਨੇ ਤੁਹਾਤੋਂ ਉਹ, ਜਾਂ ਕੋਈ ਇੱਥੇ ਇਸ ਤਰ੍ਹਾਂ ਦੀ ਗੱਲਬਾਤ ਹੈ ਕਿ ਉਹ ਪਹਿਲਾਂ ਇਲਾਜ ਕਰਾਉਣ ਫਿਰ ਜਾਣ? ਇਹ ਤੁਸੀਂ ਇੱਕ ਪੁਆਇੰਟ ਚੁੱਕਿਆ ਜੀ, ਜਿਹੜਾ ਕਿ ਮੈਂ ਹਾਈਲਾਈਟ ਕਰਨਾ ਚਾਹਾਂਗਾ ਕਿ ਬਹੁਤ ਸਾਰੇ ਲੋਕੀ ਇੱਥੋਂ ਜਾ ਰਹੇ ਨੇ ਬੜੀ ਵੱਡੀ ਗਿਣਤੀ ਦੇ ਵਿੱਚ। ਉਹ ਜਦੋਂ ਉੱਥੇ ਜਾਂਦੇ ਨੇ ਤੇ ਉਹ ਰਿਐਲਿਟੀ ਜਿਹੜੀ ਆ ਉਹ ਬੜੀ ਵੱਖਰੀ ਦੇਖਦੇ ਨੇ। ਉੱਥੇ ਦੇਰ ਆਰ ਲੋਟਸ ਆਫ ਹਾਰਡਸ਼ਿਪਸ, ਚਾਹੇ ਵੈਦਰ ਨਾਲ ਰਿਲੇਟਡ ਲੈ ਲਓ, ਕੰਮ ਨਾਲ ਲੈ ਲਓ, ਮਿਹਨਤ ਬੜੀ ਕਰਨੀ ਪੈਂਦੀ ਹੈ। ਹੁਣ ਉਹਨਾਂ ਲੋਕਾਂ ਨੂੰ ਜਦੋਂ ਡਿਪਰੈਸ਼ਨ ਹੁੰਦੀ ਹੈ, ਉਹ ਵਿਚਾਰੇ ਉੱਥੇ ਲੱਭਦੇ ਨੇ, ਉਹਨਾਂ ਨੂੰ ਕੋਈ ਸੋਰਸ ਨਹੀਂ ਲੱਭਦੀ ਜਿੱਥੇ ਕਿ ਉਹ ਜਾ ਕੇ ਆਪਣਾ ਇਲਾਜ ਛੇਤੀ ਕਰਾ ਸਕਣ। ਹੁਣ ਡਿਫਰੈਂਟ ਕੈਟੇਗਰੀਜ਼ ਨੇ, ਕੋਈ ਸਟੂਡੈਂਟਸ ਹੈ, ਉਹਨਾਂ ਨੂੰ ਜੇ ਪ੍ਰੀ ਐਗਜ਼ਿਸਟਿੰਗ ਡਿਪਰੈਸ਼ਨ ਹੈਗੀ ਵੀ ਹੈ, ਉਹਨਾਂ ਦੀ ਕੋਈ ਸਕਰੀਨਿੰਗ ਨਹੀਂ ਹੁੰਦੀ ਜਾਣ ਤੋਂ ਪਹਿਲਾਂ, ਉਹ ਤੇ ਐਡਮਿਸ਼ਨ ਮਿਲ ਗਿਆ। ਜਿਹੜਾ ਵਰਕਰ ਕਲਾਸ ਦੇ ਵਿੱਚ ਆ, ਉਹਨੂੰ ਉੱਥੇ ਵਰਕ ਪਰਮਿਟ ਮਿਲ ਗਿਆ, ਉਹ ਚਲਾ ਗਿਆ। ਜਿਹੜੇ ਦੂਸਰੇ ਰੂਟਸ ਦੇ ਥਰੂ ਜਾਂਦੇ ਨੇ, ਉਹਨਾਂ ਦੀ ਜ਼ਰੂਰ ਥੋੜੀ ਬਹੁਤ ਸਕਰੀਨਿੰਗ ਹੁੰਦੀ ਹੈ, ਬਟ ਨਾਰਮਲੀ ਲੋਕੀ ਦੇ ਮੈਨੇਜ ਟੂ ਗੈਟ ਥਰੂ, ਕਿਉਂਕਿ ਇਹਨਾਂ ਚੀਜ਼ਾਂ ਬਾਰੇ ਲੋਕੀ ਗੱਲ ਹੀ ਨਹੀਂ ਕਰਦੇ ਆਮ ਤੌਰ ਦੇ ਉੱਤੇ। ਔਰ ਜਦ ਉੱਥੇ ਪਹੁੰਚ ਜਾਂਦੇ ਨੇ, ਫਿਰ ਉਹ ਜਦੋਂ ਬਿਮਾਰੀ ਵੱਡੇ ਤੌਰ ਤੇ ਫੈਲ ਜਾਂਦੀ ਹੈ, ਦੇ ਆਰ ਅਨਏਬਲ ਟੂ ਗੈਟ ਹੈਲਪ ਦੇਅਰ, ਫਿਰ ਉਹ ਆਉਂਦੇ ਨੇ ਇੰਡੀਆ ਔਰ ਬੜੀ ਵੱਡੀ ਤਾਦਾਦ ਵਿੱਚ ਵਾਪਸ ਆਉਂਦੇ ਨੇ। ਐਂਡ ਦੈਨ ਦੇ ਆਰ ਮੋਰ ਇੰਟਰਸਟਿਡ, ਉਹਨਾਂ ਨੂੰ ਲੱਗਦਾ ਹੈ ਕਿ ਮਿਰੇਕਲ ਹੀ ਹੋ ਜਾਊਗਾ, ਸ਼ਾਇਦ ਰਾਤੋਂ ਰਾਤ ਹੀ ਸਹੀ ਹੋ ਜਾਣਗੇ, ਹੈ ਨਾ। ਸੋ ਬੜੀ ਐਕਸਪੈਕਟੇਸ਼ਨ ਨਾਲ ਆਉਂਦੇ ਨੇ ਐਂਡ ਇਨ ਵੈਰੀ ਬਿਗ ਨੰਬਰਸ। ਅੱਛਾ, ਜਿਨ੍ਹਾਂ ਲੋਕਾਂ ਨੂੰ ਡਿਪਰੈਸ਼ਨ ਆਇਆ, ਜਿਹੜੀ ਤੁਸੀਂ ਦੱਸੀ ਹੈ ਪਹਿਲਾਂ, ਕਿੰਨੀ ਕੁ ਵੱਡੀ ਗਿਣਤੀ ਹੈ, ਕੀ ਪਰਸੈਂਟੇਜ ਹੈ ਆਮ ਲੋਕਾਂ ਦੀ? ਡਿਪਰੈਸ਼ਨ ਵਾਲੇ ਲੋਕਾਂ ਬਾਰੇ ਕੋਈ ਅੰਕੜੇ ਹੈਗੇ? ਜੀ ਹਾਂ, ਦੁਨੀਆ ਭਰ ਦੇ ਵਿੱਚ ਦੇਖੋ ਤੇ WHO ਕਹਿੰਦੀ ਹੈ that there are almost 300 million people ਜਿਹੜੇ ਇੱਕ ਲਾਈਫ ਟਾਈਮ ਦੇ ਵਿੱਚ ਡਿਪਰੈਸ਼ਨ ਦੇ ਦੌਰ 'ਚ ਗੁਜ਼ਰਦੇ ਨੇ। ਲੁੱਕ ਐਟ ਦ ਫਿਗਰਸ, almost 7%, 6.8% of the normal population is at risk of developing depression in their lifetime। ਹੁਣ ਜੇ ਇਸ ਨੂੰ ਦੇਖੋ ਤੇ ਤੁਸੀਂ, ਕੋਵਿਡ ਇੱਕ ਇਹੋ ਜਿਹਾ ਸਾਡੀ ਲਾਈਫ ਦੇ ਵਿੱਚ ਇੱਕ ਦੌਰ ਆਇਆ, ਪ੍ਰੀ ਕੋਵਿਡ ਤੇ ਪੋਸਟ ਕੋਵਿਡ ਸਾਡੇ ਫਿਗਰਸ ਹੀ ਚੇਂਜ ਹੋ ਗਏ ਨੇ। ਇਮੈਜਿਨ ਕਿ ਪੋਸਟ ਕੋਵਿਡ ਆਲਮੋਸਟ ਡਬਲ ਹੋ ਗਿਆ ਫਿਗਰ, ਉਹ 16% ਤੇ ਪਹੁੰਚ ਗਿਆ ਦੁਨੀਆ ਭਰ ਦੇ ਵਿੱਚ। ਪਹਿਲਾਂ ਜੋ 7% ਦੇ ਆਸ-ਪਾਸ ਘੁੰਮ ਰਿਹਾ ਸੀ, ਉਹ 16% ਦੇ ਆਸ-ਪਾਸ ਚਲਾ ਗਿਆ। ਸੋ ਦਿਸ ਇਜ਼ ਵੈਰੀ ਅਲਾਰਮਿੰਗ। ਆਪਾਂ ਨੂੰ ਇਸ ਚੀਜ਼ ਨੂੰ ਐਡਰੈਸ ਕਰਨ ਦੀ ਲੋੜ ਪੈ ਰਹੀ ਹੈ। ਅੱਛਾ, ਇਹ ਦੱਸੋ ਵੀ ਜਿਹੜੇ ਡਿਪਰੈਸ਼ਨ ਵਾਲੇ ਲੋਕ ਨੇ, ਇੱਥੇ ਜਦੋਂ ਕੋਈ ਬੰਦਾ ਡਿਕਲੇਅਰ ਕਰ ਦਿੰਦਾ, ਇੱਥੇ ਕਈ ਲੋਕ ਪਬਲਿਕਲੀ ਡਿਕਲੇਅਰ ਕਰ ਦਿੰਦੇ ਨੇ, ਉਹਨੂੰ ਸਟਿਗਮਾ ਨਹੀਂ ਸਮਝਦੇ ਔਰ ਲੋਕ ਰਿਸਪੈਕਟ ਕਰਦੇ ਨੇ ਕਿ ਇਹ ਟਰੀਟਮੈਂਟ ਲੈ ਰਿਹਾ, ਬਿਮਾਰੀ ਆ ਚੰਬੜੀ, ਕਿਸੇ ਨੂੰ ਵੀ ਕੋਈ ਬਿਮਾਰੀ ਆ ਸਕਦੀ ਹੈ। ਪਰ ਮੈਂ ਸਮਝਦਾ ਹਾਲੇ ਵੀ ਇਹ ਸਟਿਗਮਾ ਹੈ ਇੱਥੇ ਸਾਡੀ ਸੁਸਾਇਟੀ 'ਚ ਵੀ ਅਤੇ ਪੰਜਾਬ ਦੇ ਵਿੱਚ ਵੀ। ਜਿਹੜੇ ਲੋਕਾਂ ਨੂੰ ਉਹ ਫਿਰ ਦੂਸਰੇ ਲੋਕ ਮਖੌਲ ਉਡਾਉਂਦੇ ਨੇ ਕਿ ਇਹ ਹਿੱਲ ਗਿਆ। ਜਿਹੜੇ ਬੰਦੇ ਨੂੰ ਇੱਕ ਵਾਰੀ ਡਿਪਰੈਸ਼ਨ ਹੋ ਜਾਏ, ਦਵਾਈਆਂ ਨਾਲ ਉਹ ਠੀਕ ਹੋ ਸਕਦਾ, ਕਿਉਂਕਿ ਆਪ 'ਚ ਡਾਕਟਰ ਵੀ ਹੋ, ਮੈਡੀਕਲ ਡਾਕਟਰ ਵੀ ਹੋ ਅਤੇ ਸਾਈਕਾਇਟਰਿਸਟ ਹੋ। ਸੋ ਜਾਂ ਕਿ ਇੱਕ ਵਾਰੀ ਜੇ ਡਿਪਰੈਸ਼ਨ ਹੋ ਗਿਆ ਤਾਂ ਫਿਰ ਉਹ ਸਾਰੀ ਉਮਰ ਲਈ ਵਾਕਈ ਹਿੱਲ ਗਿਆ। ਇਹ ਇੱਕ ਬਹੁਤ ਲੋਕਾਂ ਦੇ ਮਨ 'ਚ ਭਰਮ ਹੈ। ਪਹਿਲੀ ਗੱਲ ਤੇ ਕਿ ਜੀ ਜੇ ਇੱਕ ਵਾਰੀ ਦਵਾਈ ਲੱਗ ਗਈ ਤੇ ਪਤਾ ਨਹੀਂ ਸਾਰੀ ਉਮਰ ਲੱਗਣੀ। ਸਾਰੀ ਉਮਰ ਦੀ ਕੋਈ ਕਹਾਣੀ ਨਹੀਂ ਹੈ। ਡਿਪੈਂਡਸ ਕਿ ਇਨਸਾਨ ਨੂੰ ਕਿਸ ਤਰ੍ਹਾਂ ਦੀ ਡਿਪਰੈਸ਼ਨ ਹੋਈ ਹੋਈ ਹੈ, ਉਹ ਕਿੰਨੀ ਦੇਰ ਤੋਂ ਹੈ, ਕਿੰਨੀ ਵਾਰੀ ਉਸਨੂੰ ਡਿਪਰੈਸ਼ਨ ਹੋਈ ਹੈ, ਦੈਟ ਵਿਲ ਡਿਟਰਮਿਨ ਕਿ ਉਹਨੂੰ ਕਿੰਨੀ ਦੇਰ ਦਵਾਈ ਲੈਣ ਦੀ ਲੋੜ ਪੈਣੀ ਹੈ। ਤੁਸੀਂ ਗੱਲ ਕੀਤੀ ਸਟਿਗਮਾ ਦੀ, ਯੈਸ ਸਟਿਗਮਾ ਸਾਰੀਆਂ ਸੁਸਾਇਟੀਜ਼ ਦੇ ਵਿੱਚ ਹੈ, ਪਰ ਸਟਿਗਮਾ ਦੇ ਨਾਲੋਂ ਵੀ ਜਿਹੜੀ ਚੀਜ਼ ਅਸੀਂ ਅੱਗੇ ਦੇਖ ਰਹੇ ਹਾਂ ਉਹ ਇਹ ਹੈ ਕਿ ਲੈਕ ਆਫ ਅਵੇਅਰਨੈਸ। ਲੋਕ ਇਹਨੂੰ ਬਹੁਤ ਦੇਰ ਤੱਕ ਆਈਡੈਂਟੀਫਾਈ ਹੀ ਨਹੀਂ ਕਰ ਪਾਉਂਦੇ ਨੇ ਕਿ ਇਹ ਡਿਪਰੈਸ਼ਨ ਹੈ। ਆਪਣੇ ਲੋਕਾਂ ਦੀ, ਆਮ ਪੰਜਾਬੀਆਂ ਦੀ ਕੀ ਕਹਾਣੀ ਹੁੰਦੀ ਹੈ, ਸਾਈਕੋਲੋਜੀਕਲੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਦੇ ਹਾਂ ਕਿਉਂਕਿ ਅਸੀਂ ਆਪਣੇ ਨੂੰ ਬੜੇ ਤਕੜੀ ਰੇਸ ਸਮਝਦੇ ਹਾਂ। ਅਸੀਂ ਸੋਚਦੇ ਹਾਂ ਅਸੀਂ ਚੜ੍ਹਦੀ ਕਲਾ 'ਚ ਹਾਂ, ਸੋ ਅਸੀਂ ਉਹਨੂੰ ਇਗਨੋਰ ਕਰਦੇ ਹਾਂ। ਘਰ ਦੇ ਮੈਂਬਰਸ ਵੀ ਕਹਿੰਦੇ ਕੋਈ ਨਾ ਕੁਛ ਨਹੀਂ ਹੁੰਦਾ, ਇਹਨੂੰ ਭੁੱਲ ਜਾ, ਤੈਨੂੰ ਕੁਛ ਨਹੀਂ ਹੋਇਆ। ਈਵਨ ਡਾਕਟਰਸ ਵੀ ਮੈਂ ਦੇਖਦਾ ਸਾਡੇ ਨਾਲ ਦੇ, ਉਹਨਾਂ ਦਾ ਜਿਹੜਾ ਫੋਕਸ ਹੁੰਦਾ ਉਹ ਫਿਜ਼ੀਕਲ ਬਿਮਾਰੀਆਂ ਤੇ ਜ਼ਿਆਦਾ ਹੁੰਦਾ, ਮੈਂਟਲ ਇਲਨੈਸ ਤੇ ਸਾਈਕੋਲੋਜੀਕਲ ਇਲਨੈਸ ਨੂੰ ਬਹੁਤਾ ਧਿਆਨ ਨਹੀਂ ਦਿੰਦੇ, ਤਵੱਜੋ ਨਹੀਂ ਦਿੰਦੇ ਉਹਨਾਂ ਤੇ। ਸੋ ਐਜ਼ ਅ ਰਿਜ਼ਲਟ ਬਹੁਤ ਸਾਰੇ ਲੋਕਾਂ ਦੀ ਮਿਸ ਵੀ ਹੋ ਜਾਂਦੀ ਹੈ। ਟ੍ਰੀਟਮੈਂਟ ਹੀ ਨਹੀਂ ਹੋ ਪਾਊਗੀ ਜੇ ਆਪਾਂ ਉਹਨੂੰ ਆਈਡੈਂਟੀਫਾਈ ਨਹੀਂ ਕਰ ਪਾਵਾਂਗੇ, ਹੈ ਨਾ। ਸੋ ਵੇਰੀਅਸ ਲੈਵਲਸ ਦੇ ਉੱਤੇ ਹੈ। ਇੱਕ ਨਾਰਮਲ ਜਿਹੜਾ ਪੰਜਾਬੀ ਸਧਾਰਨ ਵਿਚਾਰਾ ਪਿੰਡਾਂ 'ਚੋਂ ਆਇਆ, ਉਹ ਬਾਹਲਾ ਪੜ੍ਹਿਆ ਲਿਖਿਆ ਨਹੀਂ ਹੈ, ਉਸਦੀ ਬਾਹਲੀ ਅਵੇਅਰਨੈਸ ਨਹੀਂ ਹੈ, ਉਹ ਉਸੇ ਤਰ੍ਹਾਂ ਹੀ ਚੱਲੀ ਜਾਂਦਾ ਐਂਡ ਦੇ ਡੋਂਟ ਗੋ ਟੂ ਅ ਡਾਕਟਰ। ਸੋ ਜੇ ਆਪਾਂ ਉਸ ਐਂਗਲ ਤੋਂ ਦੇਖੀਏ ਤਾਂ ਬਹੁਤ ਸਾਰੇ ਲੋਕਾਂ ਦੀ ਜਿਹੜਾ ਡਾਇਗਨੋਸਿਸ ਆ ਉਹੀ ਮਿਸ ਹੋ ਜਾਂਦਾ, ਰੈਕਗਨਾਈਜ਼ ਹੀ ਨਹੀਂ ਹੋ ਪਾਉਂਦੀ ਉਹਨਾਂ ਦੀ ਡਿਪਰੈਸ਼ਨ। ਜਦੋਂ ਅਸੀਂ ਟ੍ਰੀਟਮੈਂਟ ਦੀ ਗੱਲ ਕਰਦੇ ਹਾਂ, ਔਸਤਨ ਤੌਰ ਦੇ ਉੱਤੇ ਜੇ ਕਿਸੇ ਦਾ ਆਈਡੈਂਟੀਫਾਈ ਹੁੰਦਾ ਹੈ ਕਿ ਉਹਨੂੰ ਡਿਪਰੈਸ਼ਨ ਦਾ ਇੱਕ ਐਪੀਸੋਡ ਹੈ, ਉਹ 6 ਤੋਂ 9 ਮਹੀਨੇ ਤੱਕ ਅਸੀਂ ਦਵਾਈ ਖਵਾਉਂਦੇ ਹਾਂ ਔਰ ਉਹਦੇ ਵਿੱਚ ਤਕਰੀਬਨ ਅਸੀਂ ਕਹਿੰਦੇ ਹਾਂ 80% ਲੋਕ ਬਤੌਰ ਠੀਕ ਹੋ ਜਾਂਦੇ ਨੇ ਪੂਰੀ ਤਰ੍ਹਾਂ। ਠੀਕ ਹੈ,
ਕੁਝ ਲੋਕਾਂ ਨੂੰ ਕੱਲੀਆਂ ਦਵਾਈਆਂ ਦੀ ਲੋੜ ਪੈਂਦੀ ਹੈ, ਕੁਝ ਲੋਕਾਂ ਨੂੰ ਸਾਈਕੋਲੋਜੀਕਲੀ ਸੈਸ਼ਨਸ, ਜਿਹਨੂੰ ਆਪਾਂ ਕਾਉਂਸਲਿੰਗ ਸੈਸ਼ਨਸ ਕਹਿ ਦਿੰਦੇ ਆ, ਜਾਂ ਹੋਰ ਵੀ ਸਪੈਸੀਫਿਕਲੀ ਕੋਗਨੀਟਿਵ ਬਿਹੇਵੀਅਰ ਥੈਰੇਪੀ ਜਾਂ ਹੋਰ ਤਰ੍ਹਾਂ ਦੀਆਂ ਸਾਈਕੋਥੈਰੇਪੀਜ਼ ਕਹਿ ਦਿੰਦੇ ਆ, ਉਹਦੀ ਲੋੜ ਪੈਂਦੀ ਹੈ। ਬੜਾ ਰੇਅਰਲੀ ਉਸ ਤੋਂ ਵੀ ਅੱਗੇ ਮੈਥਡਸ ਹੁੰਦੇ ਨੇ, ਜਿਵੇਂ ECT ਹੈ, ਅੱਜ ਕੱਲ੍ਹ ਇੱਕ RTMS, ਡੀਪ TMS, ਇਹ ਨਵੀਆਂ ਟੈਕਨੀਕਸ ਚੱਲ ਪਈਆਂ ਨੇ। ਪਰ ਯੈਸ, ਆਪਾਂ ਸਹੀ ਤਰੀਕੇ ਨਾਲ ਇਲਾਜ ਕਰੀਏ, ਵੰਸ ਵੀ ਰੈਕਗਨਾਈਜ਼, ਤਾਂ ਬਹੁਤ ਅੱਛਾ ਰਿਜ਼ਲਟ ਆਉਂਦਾ। ਰਿਜ਼ਲਟ ਤਾਂ ਆਉਂਦਾ ਹੋਣਾ, ਪਰ ਮੈਂ ਸੁਣਿਆ ਕਿ ਜਿਹੜੀਆਂ ਦਵਾਈਆਂ ਤੁਸੀਂ ਦਿੰਦੇ ਹੋ ਡਾਕਟਰ ਸਾਹਿਬ, ਉਹਦੇ ਨਾਲ ਜਿਹੜਾ 200 ਪਾਉਂਡ ਦਾ ਬੰਦਾ ਉਹ 300 ਪਾਉਂਡ ਦਾ ਹੋ ਜਾਂਦਾ। ਇਹ ਭ੍ਰਮ ਹੈ, ਇਹ ਭ੍ਰਮ ਹੈ ਸਰ। ਸਾਰੀਆਂ ਦਵਾਈਆਂ ਇੱਕੋ ਵਰਗੀਆਂ ਨਹੀਂ ਹੁੰਦੀਆਂ। ਹਰ ਕੈਂਸਰ ਦੀ ਦਵਾਈ ਦੇ ਨਾਲ ਵਾਲ ਨਹੀਂ ਉੱਡਦੇ। ਹਰ ਸਟੈਟਿਨ ਜਿਹੜਾ ਆਪਾਂ ਲੈਂਦੇ ਆ ਇਹਦੇ ਵਾਸਤੇ, ਕੋਲੈਸਟਰੋਲ ਵਾਸਤੇ, ਉਹਦੇ ਨਾਲ ਸਾਈਡ ਇਫੈਕਟਸ ਨਹੀਂ ਹੁੰਦੇ, ਅਸੀਂ ਸਲੋ ਨਹੀਂ ਹੁੰਦੇ, ਸਾਨੂੰ ਪਾਰਕਿੰਸਨਸ ਨਹੀਂ ਹੁੰਦੀ, ਸਾਨੂੰ ਗੱਲਾਂ ਨਹੀਂ ਭੁੱਲਦੀਆਂ। ਇਸੇ ਤਰ੍ਹਾਂ ਜਿਹੜੀਆਂ ਨਵੀਆਂ ਨਵੀਆਂ ਦਵਾਈਆਂ ਆ ਰਹੀਆਂ ਨੇ, ਉਹਨਾਂ ਦੇ ਸਾਈਡ ਇਫੈਕਟਸ ਆਲਮੋਸਟ ਨੈਗਲੀਜੀਬਲ ਨੇ। ਜੇ ਅਸੀਂ ਸਹੀ ਤਰੀਕੇ ਨਾਲ, ਸਹੀ ਡੋਜ਼ ਦੇ ਨਾਲ ਅਸੀਂ ਪ੍ਰੋਪਰ ਇਲਾਜ ਕਰੀਏ, ਆਈ ਕੈਨ ਵਾਊਚ, ਸਾਡੇ ਬਹੁਤ ਸਾਰੇ ਪੇਸ਼ੈਂਟਸ ਹੈ ਜਿਨ੍ਹਾਂ ਦੇ ਸਾਈਡ ਇਫੈਕਟਸ ਤੁਹਾਨੂੰ ਦਿਖਦੇ ਹੀ ਨਹੀਂ। ਜਿਹੜੀ ਤੁਸੀਂ ਵਜਨ ਵਧਾਉਣ ਵਾਲੀ ਗੱਲ ਕਰਦੇ ਹੋ, ਉਹ ਇੱਕ ਡਿਫਰੈਂਟ ਕੈਟੇਗਰੀ ਆਫ ਮੈਡੀਸਿਨਸ ਹੈ, ਜਿਨ੍ਹਾਂ ਨੂੰ ਅਸੀਂ ਐਂਟੀਸਾਈਕੋਟਿਕਸ ਕਹਿੰਦੇ ਆ। ਉਹ ਇੱਕ ਡਿਫਰੈਂਟ ਬਿਮਾਰੀ ਦੇ ਇਲਾਜ ਦੇ ਯੂਜ਼ ਹੁੰਦੀਆਂ ਨੇ। ਯੈਸ, ਉਹਨਾਂ ਨਾਲ weight gain ਜ਼ਿਆਦਾ ਹੁੰਦਾ। ਐਂਟੀ ਡਿਪਰੈਸੈਂਟਸ ਨਾਲ ਪਰ ਸੇ ਇੰਨਾ ਜ਼ਿਆਦਾ ਨਹੀਂ ਹੁੰਦਾ। ਇਟ ਇਜ਼ ਮੈਨੇਜੇਬਲ। ਡਿਪਰੈਸ਼ਨ ਦਾ ਜੈਂਡਰ ਨਾਲ ਵੀ ਕੋਈ ਸੰਬੰਧ ਹੈ? ਬਹੁਤ ਵੱਡਾ ਸਰ। ਜਿਹੜੀਆਂ ਔਰਤਾਂ ਨੇ, ਜਿਨ੍ਹਾਂ ਨੂੰ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸਾਡੇ ਸਮਾਜ ਦਾ ਇੱਕ ਥੰਮ ਨੇ, ਉਹ ਵਿਚਾਰੀਆਂ, ਉਹਨਾਂ ਦੇ ਵਿੱਚ ਡਬਲ ਦ ਫਿਗਰਸ ਦੇਖੇ ਜਾਂਦੇ ਨੇ। ਕਿਉਂ? ਕਿਉਂਕਿ ਇੱਕ ਤੇ ਉਹ ਕਹਿ ਲਓ ਕਿ ਵੀ ਇੰਨਾ ਚੈਲੰਜਸ ਲਾਈਫ ਦੀਆਂ ਟੇਕਅਪ ਕਰਦੀਆਂ ਨੇ, ਉਹ ਘਰ ਵੀ ਸਾਂਭਦੀਆਂ ਨੇ, ਜੇ ਵਰਕਿੰਗ ਨੇ ਤੇ ਉਹ ਕੰਮ ਤੇ ਵੀ ਜਾਂਦੀਆਂ ਨੇ, ਗਾਂ ਬੱਚੇ ਵੀ ਸਾਂਭਦੀਆਂ ਨੇ। ਜਦੋਂ ਡਿਲੀਵਰੀ ਹੁੰਦੀ ਹੈ, ਕਿੰਨੇ ਲੋਕਾਂ ਨੂੰ, ਕਿੰਨੀਆਂ ਲੇਡੀਜ਼ ਨੂੰ ਪੋਸਟਮਾਰਟਮ ਡਿਪਰੈਸ਼ਨ ਹੋ ਜਾਂਦੀ ਹੈ। ਫਿਰ ਜਦ ਮੀਨੋਪੌਜ਼ ਆਉਂਦਾ, ਉਹ ਫਿਰ ਵਿਚਾਰੀਆਂ ਸਾਈਕੋਲੋਜੀਕਲੀ ਡਿਸਟਰਬ ਹੋਈਆਂ ਹੁੰਦੀਆਂ ਨੇ, ਹੈ ਨਾ। ਸੋ ਅਸੀਂ ਉਸ ਤੌਰ ਤੋਂ ਦੇਖੀਏ ਤਾਂ ਬਹੁਤ ਸਾਰੀਆਂ ਲੇਡੀਜ਼ ਹੈ ਜਿਹਨਾਂ ਨੂੰ ਜ਼ਿਆਦਾ, ਐਂਡ ਇਨ ਐਨੀ ਕੇਸ ਜਿੰਨੀ ਰਿਸਰਚ ਹੈਗੀ ਉਹ ਸ਼ੋ ਕਰਦੀ ਹੈ, ਵਿਮਨ ਆਰ ਡਬਲ ਇਨ ਫਿਗਰਸ ਉਹਨਾਂ ਦੇ ਵਿੱਚ, ਜਿਨ੍ਹਾਂ 'ਚ ਡਿਪਰੈਸ਼ਨ ਹੈ, ਆਲਮੋਸਟ ਡਬਲ ਦ ਫਿਗਰਸ ਐਜ਼ ਕੰਪੇਅਰਡ ਟੂ ਮੈਨ। ਮੈਨੂੰ ਪਤਾ ਲੱਗਾ ਕਿ ਤੁਸੀਂ ਕਾਫੀ ਰਿਸਰਚ ਕੀਤੀ ਹੈ। ਕੀ ਕਾਰਨ ਕੀ ਨੇ ਡਿਪਰੈਸ਼ਨ ਦੇ? ਦੇਖੋ, ਕਾਰਨ ਹੋਣ ਨੂੰ ਤੇ ਬਹੁਤ ਸਾਰੇ ਹੋ ਸਕਦੇ, ਪਰ ਹਾਂ, ਜੋ ਅਸੀਂ ਸਭ ਤੋਂ ਵੱਡੇ ਕਾਰਨ ਦੇਖਦੇ ਹਾਂ, ਉਹਦੇ ਵਿੱਚ ਜਿਹੜੀ ਮੇਨ ਜਿਹੜੀ ਹੁੰਦੀ ਹੈ ਬੰਦੇ ਦੀ, ਉਹ ਜਾਂ ਤੇ ਹੁੰਦਾ ਕਿ ਵੀ ਉਹਦੇ ਸਾਈਕੋਲੋਜੀਕਲੀ ਉਸਦਾ ਬਰੌਟਅਪ ਜਿਹੜਾ ਹੋਇਆ ਹੁੰਦਾ ਬਚਪਨ ਤੋਂ, ਉਹ ਥੋੜਾ ਇਸ ਤਰ੍ਹਾਂ ਹੁੰਦਾ ਕਿ ਲਾਈਫ ਦੇ ਵਿੱਚ ਕੁਝ ਇਵੈਂਟਸ ਇੱਦਾਂ ਦੇ ਹੋ ਗਏ, ਕੋਈ ਮੇਜਰ ਇਵੈਂਟਸ, ਕਿ ਵੀ ਲਾਸ ਆਫ ਪੇਰੈਂਟ ਹੋ ਗਿਆ, ਹੈ ਨਾ, ਜਾਂ ਚਾਈਲਡਹੁੱਡ ਅਬਿਊਜ਼ ਹੋ ਗਿਆ, ਸੈਕਸ਼ੂਅਲ ਅਬਿਊਜ਼ ਹੋ ਗਿਆ। ਥੀਸ ਆਰ ਬਿਗ ਫੈਕਟਰਸ ਜੋ ਕਿ ਬਚਪਨ ਨਾਲ ਰਿਲੇਟਡ ਹੁੰਦੇ ਨੇ। ਉਹ ਤੋਂ ਬਾਅਦ ਆ ਜਾਂਦਾ ਐਨਵਾਇਰਨਮੈਂਟਲ ਫੈਕਟਰਸ, ਸਾਡਾ ਆਸ-ਪਾਸ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ। ਬਹੁਤ ਸਾਰੇ ਆਪਾਂ ਜਗ੍ਹਾ ਦੇਖਦੇ ਹਾਂ ਜਿੱਥੇ ਕਿ ਇੰਨਾ ਸਟ੍ਰੈਸਫੁਲ ਮਾਹੌਲ ਹੁੰਦਾ ਹੈ ਕਿ ਨਾ ਚਾਹੁੰਦਿਆਂ ਹੋਇਆਂ ਵੀ ਇਨਸਾਨ ਜਿਹੜਾ ਹੈ ਉਹ ਉੱਥੇ ਬੜਾ ਸਟ੍ਰੈਸਡ ਫੀਲ ਕਰਦਾ, ਐਂਡ ਮੋਰ ਦ ਸਟ੍ਰੈਸ ਮੋਰ ਪ੍ਰੋਨ ਯੂ ਆਰ ਟੂ ਡਿਪਰੈਸ਼ਨ। ਦੈਨ ਤੀਸਰੀ ਚੀਜ਼ ਆਉਂਦੀ ਹੈ ਜੈਨੇਟਿਕ ਫੈਕਟਰਸ। ਜੈਨੇਟਿਕਸ ਜਿਹੜੀ ਹੈ ਉਹ ਸਾਡੇ ਬਹੁਤ ਜ਼ਿਆਦਾ ਇਸ ਦੇ 'ਚ ਇੱਕ ਮੇਜਰ ਰੋਲ ਪਲੇ ਕਰਦੀ ਹੈ, ਜਿਹੜੀ ਕਿ ਸਾਨੂੰ ਪੁਸ਼ ਕਰਦੀ ਹੈ ਇਨਟੂ ਡਿਪਰੈਸ਼ਨ। ਆਲਮੋਸਟ 1 in 10 ਲੋਕਾਂ ਨੂੰ ਜੈਨੇਟਿਕਲੀ ਹੁੰਦੀ ਹੈ, ਠੀਕ ਹੈ। ਫਿਰ ਇੱਕ ਅਸੀਂ ਗੱਲ ਕੀਤੀ ਹੁਣੇ ਔਰਤਾਂ ਦੀ ਤੇ ਮਰਦਾਂ ਦੀ, ਉਹਦੇ 'ਚ ਲੇਡੀਜ਼ ਆਰ ਮੋਰ ਪ੍ਰੋਨ, ਇੱਕ ਕਾਜ਼ ਹੈ। ਦੈਨ ਵੀ ਕੈਨੋਟ ਅੰਡਰਮਾਈਨ ਦੀ ਫੈਕਟ ਕਿ ਜੋ ਹੁਣ ਤੱਕ ਦੁਨੀਆ ਭਰ ਦੀ ਰਿਸਰਚ ਕਹਿੰਦੀ ਹੈ ਕਿ ਕੁਝ ਬਾਇਓਕੈਮੀਕਲ ਚੇਂਜਸ ਹੁੰਦੀਆਂ ਨੇ ਬ੍ਰੇਨ ਦੇ ਵਿੱਚ, ਕੁਝ ਨਿਊਰੋ ਟਰਾਂਸਮਿਟਰਸ ਹੁੰਦੇ ਨੇ ਵਿਚ ਆਰ ਇਨਵੋਲਵਡ, ਸਪੈਸ਼ਲੀ ਅਸੀਂ ਸੈਰੋਟੋਨਿਨ ਦਾ ਬੜਾ ਨਾਮ ਸੁਣਦੇ ਹਾਂ। ਉਹ ਜਿਹੜਾ ਹੈ, ਉਹ ਕਹਿ ਲਓ ਕਿ ਵੀ ਉਹਦੀ ਪ੍ਰੋਸੈਸਿੰਗ ਬ੍ਰੇਨ ਦੇ ਅੰਦਰ ਨਿਊਰੋਨਸ ਦੀ, ਇੱਕ ਨਿਊਰੋਨ ਤੋਂ ਦੂਸਰੇ ਨਿਊਰੋਨ ਤੇ ਨਿਊਰੋ ਟਰਾਂਸਮਿਟਰ ਜਿਹੜਾ ਉਹ ਆਪਣਾ ਚਾਰਜ ਨਹੀਂ ਡਿਲੀਵਰ ਕਰ ਪਾਉਂਦਾ। ਐਜ਼ ਅ ਰਿਜ਼ਲਟ ਦੈਟ ਲੀਡਸ ਟੂ ਡਿਪਰੈਸ਼ਨ। ਲਾਸਟਲੀ ਕੁਝ ਦਵਾਈਆਂ ਵੀ ਨੇ ਜਿਹੜੀਆਂ ਕਿ ਡਿਪਰੈਸ਼ਨ ਕਰ ਸਕਦੀਆਂ ਨੇ, ਜਿਵੇਂ ਕਿ ਕੁਝ ਕੈਂਸਰ ਦੀਆਂ ਦਵਾਈਆਂ, ਬਲੱਡ ਪ੍ਰੈਸ਼ਰ ਦੀਆਂ ਦਵਾਈਆਂ, ਠੀਕ ਹੈ, ਈਵਨ ਕੋਲੈਸਟਰੋਲ ਦੀਆਂ ਕੁਝ ਮੈਡੀਸਿਨਸ। ਐਂਡ ਜਿਹੜੀ ਇੱਕ ਬੜੀ ਇੰਪੋਰਟੈਂਟ ਚੀਜ਼ ਅਸੀਂ ਕੈਨੇਡਾ ਦੇ ਉਸ ਦੇ ਵਿੱਚ ਦੇਖ ਰਹੇ ਹਾਂ, ਉੱਥੇ ਵੀਡ ਲੀਗਲ ਹੋਣ ਤੋਂ ਬਾਅਦ ਬਹੁਤ ਸਾਰੇ ਬੱਚੇ ਸੋਚਣ ਲੱਗ ਗਏ ਕਿ ਲੀਗਲ ਦਾ ਮਤਲਬ ਹੈ ਸੇਫ, ਵਿਚ ਇਜ਼ ਨਾਟ ਟਰੂ। ਐਂਡ ਵੀਡ ਤੇ ਐਲਕੋਹਲ ਆਰ ਨੋਨ ਟੂ ਵਰਸਨ ਯੋਰ ਡਿਪਰੈਸ਼ਨ। There is no data as such ਕਿ ਵੀ ਉਹਦੇ ਨਾਲ ਹੁੰਦੀ ਹੈ, but yes, there is data to prove ਕਿ it worsens your depression. So ਬਹੁਤ ਸਾਰੇ ਕਾਰਨ ਨੇ। And last but not the least, even ਬਿਨਾਂ ਕਿਸੇ ਕਾਰਨ ਦੇ ਵੀ ਲੋਕਾਂ ਨੂੰ ਡਿਪਰੈਸ਼ਨ ਹੋ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਜੀ ਤੁਸੀਂ ਆਹ ਬ੍ਰੇਨ ਦੇ ਕੈਮੀਕਲਸ ਦੀ ਗੱਲ ਕੀਤੀ ਆ, ਇਹ ਬਾਕੀ ਦੀਆਂ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਨੇ, ਉਹਨਾਂ ਫੈਕਟਰਸ ਕਰਕੇ ਕੈਮੀਕਲ 'ਚ ਗੜਬੜ ਹੋ ਜਾਂਦੀ ਹੈ ਉਹਨਾਂ ਦੀ ਕੰਪੋਜੀਸ਼ਨ 'ਚ,
ਕਿ ਕੈਮੀਕਲ ਦੇ ਗੜਬੜ ਹੋਣ ਤੋਂ ਬਾਅਦ ਡਿਪਰੈਸ਼ਨ ਹੁੰਦਾ? ਕੈਮੀਕਲ ਦੀ ਡਿਸਟਰਬੈਂਸ ਤੋਂ ਬਾਅਦ ਡਿਪਰੈਸ਼ਨ ਹੁੰਦੀ ਹੈ, ਬਟ ਉਹ ਜਿਹੜੀ ਕੈਮੀਕਲ ਦੀ ਇੰਬੈਲੈਂਸ ਹੈ ਦੈਟ ਕੈਨ ਹੈਪਨ ਬਿਕੋਜ਼ ਆਫ ਅਦਰ ਫੈਕਟਰਸ ਵਿਚ ਮੇਕ ਇਟ ਵਨ ਇਜ਼ ਮੋਰ ਪ੍ਰੋਨ ਫॉर दैट ਚੇਂਜ। ਉਹ ਹੋ ਸਕਦਾ এনवायरमेंट ਹੋਵੇ। ਹੁਣ ਜਿਵੇਂ ਆਪਾਂ ਫਿਰ ਕੈਨੇਡਾ ਦੀ ਗੱਲ ਕਰੀਏ ਤੇ ਉੱਥੇ ਇੰਨੀ ਬਰਫ਼ ਪੈਂਦੀ ਹੈ, ਇੰਨੀ ਠੰਡ ਹੁੰਦੀ ਹੈ। ਕੋਲਡ ਕਲਾਈਮੇਟ ਇਜ਼ ਨੋਨ ਟੂ ਟ੍ਰਿਗਰ ਡਿਪਰੈਸ਼ਨ। ਸੋ ਵਨਸ ਯੂ ਹੈਵ ਡਿਪਰੈਸ਼ਨ, ਉਹਦੇ ਚੋਂ ਕੈਮੀਕਲ ਚੇਂਜਸ ਹੁੰਦੀਆਂ ਨੇ, ਤਾਈਓ ਵੀ ਹੈਵ ਥੀਸ ਆਲ ਥੀਸ ਸਿੰਪਟਮਸ ਦੈਟ ਵੀ ਸੀ। ਡਾਕਟਰ ਸਾਹਿਬ, ਕਿਹੜੀ ਪਾਪੂਲੇਸ਼ਨ ਦਾ ਸੈਕਸ਼ਨ ਹੈ ਜਿਹੜੇ ਹਾਈ ਰਿਸਕ ਨੇ, ਜਿਨ੍ਹਾਂ ਨੂੰ ਡਿਪਰੈਸ਼ਨ ਹੋਣ ਦਾ ਵੱਧ ਚਾਂਸ ਹੈ? ਸਭ ਤੋਂ ਪਹਿਲਾਂ ਤਾਂ ਲੇਡੀਜ਼, ਜੋ ਆਪਾਂ ਹੁਣ ਗੱਲ ਕੀਤੀ ਹੈ ਨਾ। ਦੂਸਰੇ ਨੰਬਰ ਤੇ ਆਉਂਦੇ ਨੇ ਕਿ ਵੀ ਜਿਹੜੇ ਲੋਕ ਡਰੱਗਸ ਲੈਂਦੇ ਨੇ, ਐਲਕੋਹਲ ਲੈਂਦੇ ਨੇ, ਉਹ ਦੂਸਰੇ ਨੰਬਰ ਤੇ ਆ ਜਾਂਦੇ ਨੇ। ਫਿਰ ਬੱਚਿਆਂ ਨੂੰ ਜੇ ਉਹਨਾਂ ਦੀ ਪਰਵਰਿਸ਼ ਚੰਗੀ ਨਾ ਹੋਵੇ ਤੇ ਦੇ ਆਰ ਵੈਰੀ ਪ੍ਰੋਨ। ਜੇ ਪੇਰੈਂਟਸ ਦੀ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ, ਬਹੁਤ ਹੀ ਸਟ੍ਰੈਸਫੁਲ ਮਾਹੌਲ ਰਹਿੰਦਾ ਹੈ ਨਾ, ਉਹ ਇੱਕ ਬੜਾ ਵੱਡਾ ਇੱਕ ਫੈਕਟਰ ਬਣ ਜਾਂਦਾ ਲੇਟਰ ਔਨ ਲਾਈਫ ਦੇ ਵਿੱਚ। ਉਹ ਕੰਪਲੈਕਸਸ ਦਿਮਾਗ ਦੇ ਵਿੱਚ ਰਹਿੰਦੇ ਨੇ, ਇਨਸਾਨ ਉਹਨਾਂ ਚੀਜ਼ਾਂ ਚੋਂ ਨਿਕਲ ਨਹੀਂ ਪਾਉਂਦਾ। ਤੇ ਉੱਥੇ ਸਾਡੀ ਸਾਈਕੋਥੈਰੇਪੀਜ਼ ਬੜਾ ਅੱਛਾ ਕੰਮ ਕਰਦੀਆਂ ਨੇ, ਦਵਾਈ ਨਾਲੋਂ ਵੀ ਅੱਛਾ ਕੰਮ ਕਰਦੀਆਂ ਨੇ। ਅੱਛਾ, ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਡਾਕਟਰ ਸਾਹਿਬ, ਬਈ ਜਿਹੜੇ ਲੋਕ ਹੁਣ ਪੰਜਾਬ ਤੋਂ ਆ ਰਹੇ ਨੇ, ਉੱਥੇ ਕਈ ਕਿਸਮ ਦੀਆਂ ਸਮੱਸਿਆਵਾਂ ਨੇ ਲੋਕਾਂ ਨੂੰ, ਜਿਹੜੀ ਤੁਸੀਂ ਸਾਰੀਆਂ ਗੱਲਾਂ ਦੱਸੀਆਂ ਨੇ। ਵਾਕਿਆ ਹੀ ਕਈਆਂ ਨੂੰ ਡਿਪਰੈਸ਼ਨ ਆ, ਕਈਆਂ ਨੂੰ ਡੋਰਮੈਂਟ ਡਿਪਰੈਸ਼ਨ ਆ, ਜਾਂ ਐਂਗਜ਼ਾਇਟੀ ਆ, ਜਾਂ ਕੋਈ ਹੋਰ ਚੀਜ਼ਾਂ ਨੇ। ਕਈ ਲੋਕ ਦਵਾਈਆਂ ਵੀ ਖਾਂਦੇ ਆ, ਦੱਸਦੇ ਨਹੀਂ, ਔਰ ਉਹਦੇ ਨਾਲ ਉਹ ਮੈਨੇਜ ਕਰ ਰਹੇ ਹੁੰਦੇ ਨੇ, ਬੇਅਰਲੀ ਮੈਨੇਜ ਕਰ ਰਹੇ ਹੁੰਦੇ ਨੇ। ਜਦੋਂ ਇੱਥੇ ਉਤਰਦੇ ਆ ਤਾਂ ਉਹ ਲੱਛਣ ਜਿਹੜੇ ਆ ਬੜੇ ਸਾਫ਼ ਅਤੇ ਸਪਸ਼ਟ ਹੋ ਜਾਂਦੇ ਆ। ਇੱਥੇ ਸਾਡੇ ਹੈਲਥ ਕੇਅਰ ਦੇ ਵਿੱਚ ਬਹੁਤ ਭੀੜ ਭੜੱਕਾ, ਔਰ ਈਜ਼ੀ ਨਹੀਂ ਗਾ ਕਿਸੇ ਸਾਈਕੈਟਰਿਸਟ ਕੋਲ ਜਾ ਕੇ ਟਰੀਟਮੈਂਟ ਲੈਣਾ। ਹੁਣ ਇਹਨਾਂ ਇਮੀਗਰੈਂਟਸ ਦੇ ਬਾਰੇ ਸਾਨੂੰ ਹੋਰ ਦੱਸੋ ਕਿ ਤੁਸੀਂ ਕਿਵੇਂ ਪਤਾ ਲਾਉਂਦੇ ਹੋ, ਕੀ ਟਰੀਟਮੈਂਟ ਕਰਦੇ ਹੋ ਜਦੋਂ ਤੁਹਾਡੇ ਕੋਲ ਵਾਪਸ ਜਾਂਦੇ ਨੇ ਟਰੀਟਮੈਂਟ ਕਰਾਉਣ, ਕਿਉਂਕਿ ਇੰਡੀਆ 'ਚ ਇਲਾਜ ਕਰਾਉਣਾ ਸੌਖਾ। ਕੀ ਦੱਸਦੇ ਨੇ ਉਹ, ਉਹਨਾਂ ਦੇ ਕੀ ਕਾਰਨ ਸਨ ਕਿ ਇਹ ਲੇਟੈਂਟ ਡਿਪਰੈਸ਼ਨ ਜਿਹੜਾ ਜਗ ਜ਼ਾਹਰ ਹੋ ਗਿਆ? ਦੇਖੋ ਭਾਈ ਸਾਹਿਬ, ਉਹਦੇ 'ਚ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਜੋ ਦੱਸਦੇ ਨੇ ਇਮੀਗ੍ਰੈਂਟਸ, ਉਹ ਤੇ ਇਹ ਹੈ ਕਿ ਵੀ ਪਹਿਲੇ ਦਿਨ ਜਦ ਉੱਥੇ ਲੈਂਡ ਕਰਦੇ ਨੇ, ਉਹਨਾਂ ਦੀ ਐਕਸਪੈਕਟੇਸ਼ਨ ਕੁਝ ਹੋਰ ਹੁੰਦੀ ਹੈ ਕਿ ਉੱਥੇ ਜਾਵਾਂਗੇ, ਮੌਜਾਂ ਕਰਾਂਗੇ, ਐਸ਼ ਹੋਏਗੀ, ਤੇ ਡਾਲਰਾਂ ਦੀ ਧਰਤੀ ਹੈ। ਪਰ ਉਹ ਜਦੋਂ ਉੱਥੇ ਇੰਨਾ ਕੰਮ ਕਰਨਾ ਪੈਂਦਾ, ਇੰਨਾ ਸਟ੍ਰੈਸ ਪੈਂਦਾ, ਇੰਨੇ ਹੈਵੀ ਵਰਕਲੋਡ ਹੁੰਦਾ, ਦਿਨ ਜਿਹੜਾ ਉਹ ਬੜੇ ਛੇਤੀ ਸ਼ੁਰੂ ਹੋ ਜਾਂਦਾ, ਉਹਨਾਂ ਨੂੰ ਲੱਗਦਾ ਕਿ ਵੀ ਇਹ ਤਾਂ ਕੁਝ ਗੜਬੜ ਹੋਊਗੀ। ਦੇ ਆਰ ਨਾਟ, ਮੋਸਟ ਆਫ ਦੈਮ ਆਰ ਨਾਟ ਪ੍ਰੀਪੇਅਰਡ ਉੱਥੇ ਆ ਕੇ ਉਹਨਾਂ ਕੰਮ ਕਰਨ ਲਈ। ਜਿਹੜੇ ਤੇ ਇੱਥੋਂ ਇੰਡੀਆ 'ਚੋਂ ਬੜਾ ਮਨ ਬਣਾ ਕੇ ਜਾਂਦੇ ਨੇ, ਦੇ ਆਰ ਵੈਰੀ ਕੰਫਰਟੇਬਲ। ਠੀਕ ਹੈ। ਜਿਹੜਾ ਸਟੂਡੈਂਟ ਪੋਪੂਲੇਸ਼ਨ ਹੈ, ਉਹ ਜੇ ਤੁਸੀਂ ਦੇਖੋ, ਉਹਨਾਂ ਨੂੰ ਐਨਾਲਾਈਜ਼ ਕਰੋ, ਮੋਸਟ ਆਫ ਦੈਮ ਆਰ ਦੇਅਰ ਨਾਟ ਫॉर द ਸੇਕ ਕਿ ਵੀ ਦੇ ਵਾਂਟ ਅ ਬੈਟਰ ਲਾਈਫ, ਬਟ ਉਹ ਘਰੋਂ ਭੱਜਣ ਵਾਲਾ ਕੰਮ ਕਰਦੇ ਨੇ। 11ਵੀਂ 12ਵੀਂ ਦੇ 'ਚ ਉੱਥੇ ਪਹੁੰਚ ਜਾਂਦੇ ਨੇ। ਦੇ ਆਰ ਨਾਟ ਵੈਰੀ ਸੀਰੀਅਸ ਅਬਾਊਟ ਦੇਅਰ ਲਾਈਫ, ਹੈ ਨਾ। ਅੱਛਾ, ਜਦ ਇਹ ਸਾਰੀ ਕੈਟੇਗਰੀਜ਼ ਜਦੋਂ ਕੁਛ ਦੇਰ ਉੱਥੇ ਰਹਿੰਦੀਆਂ ਨੇ, ਇਹਨਾਂ ਨੂੰ ਡਿਪਰੈਸ਼ਨ ਦੀਆਂ ਲਾਮਤਾਂ ਅੱਗੇ ਆਉਂਦੀਆਂ ਨੇ, ਸਮਝ ਆਉਂਦੀ ਹੈ ਥੋੜੀ ਬਹੁਤੀ, ਫਿਰ ਇਹ ਦੇ ਟਰਾਈ ਟੂ ਟੇਕ ਅਪਾਇੰਟਮੈਂਟਸ ਫਰਮ ਡਾਕਟਰਸ, ਉਹ ਮਿਲਦੀਆਂ ਨਹੀਂ। ਹੁਣ ਆਦਤਾਂ ਇਹਨਾਂ ਦੀਆਂ ਉਹ ਪਈਆਂ ਨੇ ਇੰਡੀਆ ਵਾਲੀਆਂ ਕਿ ਜੀ ਜਾ ਕੇ ਬੂਹੇ ਤੇ ਖੜੇ ਹੋ ਗਏ ਤੇ ਨਾਲ ਦੀ ਨਾਲ ਹੀ ਉਹ ਅਟੈਂਡ ਕਰ ਲੈਣ। ਮੇਰਾ ਸਿਸਟਮ ਕੈਨੇਡਾ ਦਾ ਡਿਫਰੈਂਟ ਹੈ। ਯੂ ਹੈਵ ਟੂ ਫਸਟ ਗੋ ਟੂ ਅ ਜਨਰਲ ਫਿਜ਼ੀਸ਼ੀਅਨ, ਤੁਹਾਡਾ ਫੈਮਿਲੀ ਫਿਜ਼ੀਸ਼ੀਅਨ, ਉਹ ਅੱਗੇ ਰੈਫਰ ਕਰਦਾ, ਬੜਾ ਟਾਈਮ ਲੱਗ ਜਾਂਦਾ। ਸੋ ਵੈਨ ਦੇ ਕਮ ਬੈਕ ਇੰਡੀਆ ਆਉਂਦੇ ਨੇ, ਇੰਡੀਆ 'ਚ ਬੜੀ ਸੌਖ ਹੈ, ਉਹ ਸਿੱਧੇ ਸਪੈਸ਼ਲਿਸਟ ਕੋਲ ਆ ਜਾਂਦੇ ਨੇ। ਮੇਰੇ ਬਾਰੇ ਕੋਲ ਆ ਕੇ ਉਹ ਕਹਿੰਦੇ ਜੀ ਮੈਨੂੰ ਆਹ ਦਿੱਕਤ ਆ, ਅਸੀਂ ਉਹਨਾਂ ਨੂੰ ਦਵਾਈ ਸ਼ੁਰੂ ਕਰ ਦਿੰਦੇ ਹਾਂ। ਜਿਹੜੇ ਉਹ 15-20 ਦਿਨ, ਮਹੀਨੇ ਲਈ ਆਏ ਹੁੰਦੇ ਨੇ, ਦੇ ਸਟਾਰਟ ਸੀਇੰਗ ਦ ਰਿਜ਼ਲਟਸ। ਬਹੁਤ ਸਾਰੇ ਇੱਥੋਂ ਦਵਾਈ ਆਪਣੇ ਨਾਲ ਲੈ ਕੇ ਜਾਂਦੇ ਨੇ ਕੁਛ ਮਹੀਨਿਆਂ ਦੀ, ਕਈ ਦੁਬਾਰਾ ਆ ਕੇ ਲੈ ਕੇ ਜਾਂਦੇ ਨੇ, ਕਈ ਉੱਥੇ ਆਪਣੇ ਜੀਪੀ ਨੂੰ ਕਹਿੰਦੇ ਨੇ ਕਿ ਵੀ ਪਲੀਜ਼ ਸਾਡੀ ਦਵਾਈ ਆਹ ਚੱਲਦੀ ਹੈ, ਅਸੀਂ ਇਹਦੇ ਨਾਲ ਬਹੁਤ ਵਧੀਆ ਚੱਲ ਰਹੇ, ਸਾਨੂੰ ਰਿਪੀਟ ਕਰ ਦਿਓ। ਸੋ ਦੈਟ ਹੈਲਪਸ। ਉਹਨਾਂ ਦੀ ਔਨਗੋਇੰਗ ਟਰੀਟਮੈਂਟ ਇਸ ਤਰ੍ਹਾਂ ਚੱਲਦੀ ਆ, ਔਰ ਫਿਰ ਉਹ ਆਪਣੇ ਨੈਕਸਟ ਗੇੜੇ 'ਚ ਆ ਕੇ ਫਿਰ ਲੈ ਜਾਂਦੇ ਨੇ। ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਤੇ ਸਿਰਫ 6-7 ਮਹੀਨੇ ਦੀ ਹੀ ਦਵਾਈ ਦੀ ਲੋੜ ਪੈਂਦੀ ਹੈ, ਦੇ ਆਰ ਓਕੇ ਦੈਨ। ਬਟ ਜਿਨ੍ਹਾਂ ਨੂੰ ਬਾਰ-ਬਾਰ ਹੁੰਦੀ ਹੈ, ਉੱਥੇ ਦਿੱਕਤ ਆਉਂਦੀ। ਹੁਣ ਗੱਲ ਤੇ ਲੜ ਪੈਣਾ, ਜਾਂ ਗੱਲ ਤੇ ਹੰਝੂ ਕੇਰਨ ਲੱਗ ਪੈਣਾ, ਰੋ ਪੈਣਾ। ਹੁਣ ਕਈ ਕਿਸਮ ਦੇ ਇਹੋ ਜਿਹੇ ਲੱਛਣ ਅਸੀਂ ਵੇਖਦੇ ਹਾਂ, ਪਰ ਜਦੋਂ ਉਹਨਾਂ ਨੂੰ ਪੁੱਛਦੇ ਹਾਂ, ਕਈ ਵਾਰੀ ਬਿਲਕੁਲ ਉਹ ਨੋਰਮਲ ਵੀ ਗੱਲਾਂ ਕਰਦੇ ਹੁੰਦੇ ਆ, ਲੱਗਦਾ ਕਿ ਇਹਨੂੰ ਤਾਂ ਹੋਇਆ ਕੁਛ ਨਹੀਂ ਗਾ। ਫਿਰ ਕਈ ਮੌਕੇ ਇਹੋ ਜਿਹੇ ਵੀ ਆਉਂਦੇ ਆ ਜਿਹਦੇ ਵਿੱਚ ਬੜੀਆਂ ਅਨਰੀਜ਼ਨੇਬਲ ਗੱਲਾਂ ਕਰਦੇ ਆ। ਹੁਣ ਸਿਰਫ ਉਦਾਸ ਰਹਿਣਾ, ਉਦਾਸ ਤਾਂ ਕੋਈ ਵੀ ਹੋ ਸਕਦਾ, ਇਹ ਤਾਂ ਕੋਈ ਗੱਲ ਨਹੀਂ ਬਣਦੀ। ਡਿਫੀਕਲਟੀ ਇਹ ਆ ਰਹੀ ਆ ਰੈਕੋਗਨਾਈਜ਼ ਕਰਨ ਦੇ ਵਿੱਚ ਕਿ ਕੀ ਇਹ ਵਾਕਈ ਡਿਪਰੈਸ਼ਨ ਦਾ ਮਰੀਜ਼ ਹੈ, ਇਹਨੂੰ ਟਰੀਟਮੈਂਟ ਦਿੱਤਾ ਜਾਏ, ਜਾਂ ਇਸ ਦੀਆਂ ਗੱਲਾਂ ਦਾ ਬੜਾ ਗੁੱਸਾ ਨਾ ਕੀਤਾ ਜਾਏ, ਜਾਂ ਕਿ ਇਹ ਬੰਦਾ ਜਾਣ ਬੁੱਝ ਕੇ ਕੁਛ ਕਰ ਰਿਹਾ।
ਕਿਉਂਕਿ ਬਾਕੀ ਤਾਂ ਉਹਨਾਂ ਦੀ ਦਿੱਖ ਜਿਹੜੀ ਹੈ ਬਿਲਕੁਲ ਡਾਕਟਰ ਸਾਹਿਬ ਨਾਰਮਲ ਹੁੰਦੀ ਹੈ। ਹਾਂ, ਇਹ ਮੈਂ ਤੁਹਾਨੂੰ ਜਿਵੇਂ ਕਿਹਾ ਨਾ ਜੀ, ਜਿਹੜੀ ਉਦਾਸੀ ਵਾਲਾ ਫੈਕਟਰ ਹੈ ਉਹਦੀ ਇੱਕ ਟਾਈਮ ਲਿਮਿਟ ਹੈ। ਉਹ ਮਿਨੀਮਮ 1 ਹਫ਼ਤਾ ਲਗਾਤਾਰ ਚੱਲੇਗੀ ਤਾਂ ਅਸੀਂ ਉਹਨੂੰ ਰੈਕੋਗਨਾਈਜ਼ ਕਰਦੇ ਹਾਂ। ਰਾਦਰ WHO ਤੇ ਇਹ ਕਹਿੰਦੀ ਹੈ 2 ਹਫ਼ਤੇ ਜੇ ਉਹ ਲਗਾਤਾਰ ਉਦਾਸੀ ਦੇ ਚ ਰਹਿੰਦਾ ਇਨਸਾਨ ਤਾਂ ਹੀ ਉਹ ਡਿਪਰੈਸ਼ਨ 'ਚ ਹੈ। ਪਰ ਜੇ ਆਪਾਂ ਉਹਦੇ ਪੁਰਾਣੇ ਕੁਝ ਹੋਰ ਫੈਕਟਰਸ ਨੂੰ ਐਕਸਪਲੋਰ ਕਰਨਾ, ਉੱਥੇ ਡਿਫਿਕਲਟੀ ਕੀ ਆਉਂਦੀ ਹੈ, ਉਹ ਡਾਕਟਰ ਜਿਹੜੇ ਕੋਲ ਜਾਂਦੇ ਨੇ ਸਾਈਕਾਇਟਰਿਸਟ ਕੋਲ, ਕਿਤੇ ਵੀ ਹੋਵੇ ਦੁਨੀਆ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਸਾਈਕਾਇਟਰਿਸਟ ਦੀ ਕਮੀ ਹੈ। ਸਾਈਕਾਇਟਰਿਸਟ ਦੀ ਕਮੀ ਹੋਣ ਕਰਕੇ ਸਾਈਕਾਇਟਰਿਸਟ ਕੋਲ ਟਾਈਮ ਦੀ ਕਮੀ ਹੈ, ਕਿਉਂਕਿ ਮਰੀਜ਼ ਜ਼ਿਆਦੇ ਨੇ। ਸੋ ਉਹਨਾਂ ਟਾਈਮ ਲਗਾ ਹੀ ਨਹੀਂ ਪਾਉਂਦਾ। ਉਹ ਡਾਕਟਰ ਵੀ ਉਸਨੂੰ ਖੁਰੇਦੇਗਾ, ਸਾਰੀਆਂ ਚੀਜ਼ਾਂ ਵਿੱਚੋਂ ਕੱਢੇਗਾ, ਤਾਂ ਹੀ ਉਹ ਰੀਜ਼ਨਸ ਲੱਭ ਪਾਏਗਾ ਜੇ ਕੋਈ ਪੁਰਾਣੀ ਚੀਜ਼ਾਂ ਹੈਗੀਆਂ ਨੇ, ਹੈ ਨਾ। ਉਹ ਕਈ ਵਾਰੀ ਫਿਰ ਉਹ ਮਿਸ ਹੋ ਜਾਂਦਾ ਉਹਨਾਂ ਦਾ ਡਾਇਗਨੋਸਿਸ। ਇਟ ਇਜ਼ ਨੋਨ ਕਿ ਜਿਹੜਾ ਡਿਪਰੈਸ਼ਨ ਹੈ ਨਾ, ਇਸ ਦਾ ਇੱਕ ਤਰ੍ਹਾਂ ਦਾ ਆਈਸਬਰਗ ਵਾਲਾ ਕੰਮ ਚੱਲਦਾ ਹੈ, ਠੀਕ ਹੈ। ਜਿਹੜਾ ਡਿਪਰੈਸ਼ਨ ਦਾ ਆਈਸਬਰਗ ਹੈ ਉਹਦੇ ਵਿੱਚ ਕਹਿੰਦੇ ਨੇ ਕਿ ਵੀ ਬੜੀ ਮੁਸ਼ਕਲ ਨਾਲ 50% ਲੋਕ ਹੈ ਜਿਹੜੇ ਕਿ ਆਈਡੈਂਟੀਫਾਈ ਕਰਦੇ ਨੇ ਔਰ ਉਹ ਡਾਕਟਰ ਕੋਲ ਜਾਂਦੇ ਨੇ। ਉਹਨਾਂ ਦੇ ਚ 50% ਨੇ ਜਿਹੜੇ ਡਾਕਟਰ ਕਹਿੰਦੇ ਨੇ ਹਾਂ ਇਹਨਾਂ ਨੂੰ ਡਿਪਰੈਸ਼ਨ ਹੈ। ਉਸ 50% ਚੋਂ ਅੱਗੇ 50% ਜਿਹੜੇ ਦਵਾਈ ਲੈਂਦੇ ਨੇ, ਉਹਨਾਂ 50% ਚੋਂ ਅੱਗੇ 50% ਹੈ ਜਿਨ੍ਹਾਂ ਤੇ ਦਵਾਈ ਕੰਮ ਕਰਦੀ ਹੈ, ਜਾਂ ਕਹਿ ਲਓ ਐਡਿਕੁਏਟ ਦਵਾਈ ਹੈ। ਸੋ ਲੈ ਦੇ ਕੇ ਇਵੈਂਚੁਅਲੀ ਉਹ 20-25% ਹੀ ਲੋਕ ਰਹਿ ਜਾਂਦੇ ਨੇ ਆਊਟ ਆਫ ਆਲ ਦੋਜ਼ ਹੂ ਪ੍ਰੈਜ਼ੈਂਟ ਟੂ ਅ ਡਾਕਟਰ, ਜਿਹੜੇ ਕਿ ਅਲਟੀਮੇਟਲੀ ਦਵਾਈ ਲੈਂਦੇ ਨੇ, ਔਰ ਉਹਨਾਂ ਦੇ ਵਿੱਚੋਂ ਅੱਗੇ ਜਾ ਕੇ ਫਿਰ 50% ਨਹੀਂ ਇੰਪਰੂਵ ਹੋਣਾ ਜੇ ਉਹ ਰੈਗੂਲਰ ਲੈਂਦੇ ਨੇ ਦਵਾਈ। ਸੋ ਬੜਾ ਮੁਸ਼ਕਲ ਹੋ ਜਾਂਦਾ ਹੈ। ਜਿਹੜੀ ਡਾਕਟਰ ਸਾਹਿਬ ਟਰੀਟਮੈਂਟ ਤੁਸੀਂ ਦਿੰਦੇ ਹੋ, ਜਾਂ ਕੋਈ ਵੀ ਸਾਈਕੋਲੋਜਿਸਟ ਜਾਂ ਸਾਈਕੈਟਰਿਸਟ ਦੀ ਟਰੀਟਮੈਂਟ ਦਿੰਦੇ ਆ, ਉਹ ਆਪਣਾ ਯੈਲੋ ਪੈਡ ਲੈ ਕੇ ਬੈਠ ਲੈਂਦੇ ਨੇ, ਉਸ ਦੇ ਸਾਹਮਣੇ ਉਹ ਗੱਲਾਂ ਦੱਸੀ ਜਾਂਦਾ, ਉਹ ਲਿਖੀ ਜਾਂਦੇ ਨੇ। ਕਾਉਂਸਲਿੰਗ ਜਿਹੜੀ ਆ, ਇਹਨੂੰ ਕਾਉਂਸਲਿੰਗ ਕਹਿੰਦੇ ਹੋ ਤੁਸੀਂ, ਜਾਂ ਵਾਟ ਇਜ਼ ਕਾਉਂਸਲਿੰਗ? ਕਾਉਂਸਲਿੰਗ ਕਿਵੇਂ ਅਸਰ ਕਰ ਸਕਦੀ ਹੈ? ਹਾਂ, ਕਾਉਂਸਲਿੰਗ ਕਰਦੀ ਹੈ ਜੀ। ਅਸੀਂ ਕਹਿੰਦੇ ਹਾਂ ਡਿਪਰੈਸ਼ਨ ਦੇ ਵਿੱਚ ਅੱਧੀ ਟਰੀਟਮੈਂਟ ਇਜ਼ ਟਾਕਿੰਗ ਅਬਾਊਟ ਇਟ। ਇਨਫੈਕਟ WHO ਨੇ 2017 ਦੇ ਵਿੱਚ ਜਿਹੜੀ ਉਹਨਾਂ ਦੀ ਥੀਮ ਸੀ WHO ਦੀ ਫॉर 2017 ਵਾਸ ਡਿਪਰੈਸ਼ਨ ਲੈਟਸ ਟਾਕ। ਜਦੋਂ ਅਸੀਂ ਕਾਉਂਸਲਿੰਗ ਦੀ ਗੱਲ ਕਰਦੇ ਹਾਂ, ਕਾਉਂਸਲਿੰਗ ਤੇ ਆਪਾਂ ਸਾਰੇ ਹੀ ਕਰ ਲੈਂਦੇ ਹਾਂ, ਰਿਸ਼ਤੇਦਾਰ, ਪਰਿਵਾਰ ਦੇ ਮੈਂਬਰ, ਟੀਚਰਸ, ਫਰੈਂਡਸ, ਜਦੋਂ ਅਸੀਂ ਕਿਸੇ ਨੂੰ ਸਲਾਹ ਦਿੰਦੇ ਹਾਂ ਉਹ ਕਾਉਂਸਲਿੰਗ ਕਹਾਂਦੀ। ਪਰ ਉਹ ਜਦੋਂ ਇੱਕ ਸਟਰਕਚਰਡ ਤਰੀਕੇ ਨਾਲ ਹੁੰਦੀ ਹੈ, ਇੱਕ ਫਾਰਮੈਟ ਵਿੱਚ ਹੁੰਦੀ ਹੈ, ਉਹਨੂੰ ਅਸੀਂ ਸਾਈਕੋਥੈਰੇਪੀ ਕਹਿੰਦੇ ਹਾਂ। ਸੋ ਜਦੋਂ ਸਾਡੇ ਸਟਰਕਚਰਡ ਸੈਸ਼ਨਸ ਹੁੰਦੇ ਨੇ ਸਾਈਕੋਥੈਰੇਪੀ ਦੇ, ਉਸ ਦੇ ਵਿੱਚ ਆਉਂਦਾ ਹੈ ਕਿ ਪੇਸ਼ੈਂਟ ਨੂੰ ਜੇ ਤਾਂ ਉਹ ਸਮਝ ਹੈ ਕਿ ਉਹ ਥੈਰੇਪੀ ਹੋ ਰਹੀ ਹੈ ਤਾਂ ਤੇ ਉਹ ਕਨੈਕਟ ਕਰ ਪਾਏਗਾ, ਜੇ ਉਹਨੂੰ ਸਮਝ ਨਹੀਂ ਉਹ ਕਨੈਕਟ ਨਹੀਂ ਕਰ ਪਾਏਗਾ। ਔਰ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ ਅਸੀਂ ਜਿੱਥੇ ਮਾਈਲਡ ਇਸ਼ੂਜ਼ ਨੇ ਡਿਪਰੈਸ਼ਨ ਦੇ, ਮਾਈਲਡ ਕੇਸਿਸ ਨੇ, ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਰਾਹੀਂ, ਸਾਈਕੋਥੈਰੇਪੀ ਰਾਹੀਂ ਅਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ। ਹਰੇਕ ਬੰਦੇ ਨੂੰ ਦਵਾਈ ਦੀ ਲੋੜ ਨਹੀਂ ਪੈਂਦੀ, ਸਿਰਫ ਮੋਡਰੇਟ ਜਾਂ ਸੀਵੀਅਰ ਜਿਹੜੀ ਸਪੈਕਟਰਮ ਹੈ ਉੱਥੇ ਲੋੜ ਪੈਂਦੀ ਹੈ। ਜਾਂ ਦੋਨੇ ਚੀਜ਼ਾਂ ਕਰਦੇ ਹੋ ਫਿਰ? ਬਿਲਕੁਲ, ਦੋਨੋਂ ਵੀ ਹੁੰਦੀਆਂ ਨੇ। ਜਿੱਥੇ ਸੀਵੀਅਰ ਹੈ ਸਾਨੂੰ ਉੱਥੇ ਦੋਵੇਂ ਕਰਨੀਆਂ ਪੈਂਦੀਆਂ ਨੇ, ਕਿਉਂਕਿ ਦੁਨੀਆ ਭਰ ਦੇ ਵਿੱਚ ਕਿਤੇ ਵੀ ਹਾਲੇ ਤੱਕ ਇਹ ਨਹੀਂ ਪਤਾ ਕਿ ਕੱਲੀ ਥੈਰੇਪੀ, ਜਿਵੇਂ ਤੁਸੀਂ ਗੱਲ ਕੀਤੀ ਕਿ ਕੱਲੀ ਥੈਰੇਪੀ ਕੰਮ ਵੀ ਕਰਦੀ ਹੈ ਕਿ ਨਹੀਂ, ਪਰ ਹਾਂ ਦਵਾਈ ਜ਼ਰੂਰ ਕੰਮ ਕਰਦੀ ਹੈ, ਪਤਾ। ਸੋ ਅਸੀਂ ਟੂ ਮਿਨੀਮਾਈਜ਼ ਦ ਯੂਜ਼ੇਜ ਆਫ ਮੈਡੀਕੇਸ਼ਨ ਅਸੀਂ ਨਾਲ ਥੈਰੇਪੀ ਕਰਦੇ। ਅੱਛਾ ਡਾਕਟਰ ਸਾਹਿਬ, ਜਿਹੜੇ ਲਾਈਫ ਸਟਾਈਲ ਚੇਂਜ ਕਰਨ ਨਾਲ ਕਹਿੰਦੇ ਕਈ ਲੋਕਾਂ ਦਾ ਡਿਪਰੈਸ਼ਨ ਠੀਕ ਹੋ ਸਕਦਾ। ਜੇ ਕੋਈ ਰੈਗੂਲਰ 9 to 5 ਕੰਮ ਕਰ ਰਿਹਾ, ਜੇ ਉਹ ਨੌਕਰੀ ਛੱਡ ਦੇਵੇ ਅਤੇ ਘੁੰਮਣ ਫਿਰਨ ਲਈ ਕਿਤੇ ਨਿਕਲ ਜਾਏ ਦੂਰ, ਜਾਂ ਬਹੁਤ ਸਾਰੇ ਲੋਕ ਇੱਥੋਂ ਹੁਣ ਛੱਡ ਕੇ ਉਹ ਪੰਜਾਬ ਜਾ ਰਹੇ ਨੇ, ਉਹ ਕਹਿੰਦੇ ਨਹੀਂ ਆਪਣੇ ਪਿੰਡ ਰਹਾਂਗੇ, ਖੇਤਾਂ 'ਚ, ਉੱਥੇ ਮੈਂ ਘਰ ਪਾਵਾਂਗਾ ਆਪਣੀ ਜ਼ਮੀਨ ਦੇ ਵਿੱਚ, ਅਤੇ ਉੱਥੇ ਖੁੱਲ੍ਹੀ ਹਵਾ ਦੇ ਵਿੱਚ ਪੰਜਾਬ 'ਚ ਮੌਜ ਕਰਾਂਗਾ, ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਹੋਣੀ, ਸਵੇਰੇ ਨਹੀਂ ਉੱਠਣਾ ਪਏਗਾ। ਇਸ ਤਰ੍ਹਾਂ ਦੀਆਂ ਲਾਈਫ ਸਟਾਈਲ ਚੇਂਜਸ ਨੇ ਜਿਹੜੀਆਂ ਉਹ ਡਿਪਰੈਸ਼ਨ ਠੀਕ ਕਰ ਸਕਦੀਆਂ ਨੇ। ਬੜਾ ਅੱਛਾ ਹੈਲਪ ਕਰਦੀਆਂ ਨੇ ਜੀ। ਅਸੀਂ ਇਹਨਾਂ ਨੂੰ ਕਹਿੰਦੇ ਹਾਂ ਦੀਜ਼ ਆਰ ਦ ਟਿਪਸ, ਜਿਹੜੇ ਕਿ ਅਸੀਂ ਹਰ ਇਨਸਾਨ ਨੂੰ ਕਹਿੰਦੇ ਹਾਂ ਕਿ ਭਾਈ ਇਹ ਟਿਪਸ ਨੇ ਟੂ ਹੈਲਪ ਯੋਰ ਓਨ ਸੈਲਫ। ਵੀ ਸੇ ਕਿ ਵੀ ਆਪਣੇ ਆਪ ਤੋਂ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਨਾ ਰੱਖੋ, ਇਸ ਹੋੜ 'ਚ ਨਾ ਪਾਓ ਕਿ ਵੀ ਮੈਂ ਆਹ ਕਰਾਂ, ਮੈਂ ਦੂਜੇ ਨਾਲੋਂ ਵਧੀਆ ਕਰਾਂ, ਮੈਂ ਉਸ ਤੋਂ ਵੀ ਅੱਗੇ ਜਾਵਾਂ। ਟੇਕ ਅ ਬ੍ਰੇਕ, ਜੇ ਵਿੱਚ ਥੋੜ੍ਹਾ ਬਹੁਤਾ ਤੁਹਾਡਾ ਬ੍ਰੇਕ ਹੋ ਜਾਂਦੀ, ਜਿਵੇਂ ਤੁਸੀਂ ਕਿਹਾ ਕਿ ਵੀ ਲੋਕ ਆਪਣੇ ਵਤਨ ਜਾਂਦੇ ਨੇ, ਉਹ ਜਾ ਕੇ ਉੱਥੇ ਪਿੰਡ 'ਚ ਬਹਿੰਦੇ ਨੇ, ਖੁੱਲ੍ਹੀ ਹਵਾ ਦੇਖਦੇ ਨੇ, ਐਕਚੁਅਲੀ ਦੇ ਆਰ ਟੇਕਿੰਗ ਅ ਬ੍ਰੇਕ। ਤੀਸਰੀ ਚੀਜ਼ ਆਉਂਦੀ ਜਿਹੜੇ ਅਸੀਂ ਲਾਈਫ ਸਟਾਈਲ ਚੇਂਜਸ ਕਹਿੰਦੇ ਹਾਂ ਕਿ ਭਾਈ ਡਰੱਗਸ ਐਂਡ ਐਲਕੋਹਲ ਜਿਹੜੇ ਆ ਉਹ ਘਟਾਓ, ਜਾਂ ਹੋ ਸਕੇ ਤੇ ਬੰਦ ਕਰੋ। ਇੱਕ ਰੈਗੂਲਰ ਐਕਸਰਸਾਈਜ਼ ਕਰੋ, ਬੈਲੈਂਸਡ ਡਾਈਟ ਦੇ ਵਿੱਚ ਜਾਓ, ਪ੍ਰੋਪਰ ਸਲੀਪ ਲਓ, ਐਂਡ ਮੋਸਟ ਇੰਪੋਰਟੈਂਟ ਜਿਹੜੇ ਤੁਹਾਡੇ ਆਪਣੇ ਨੇ,
ਆਪਣੇ ਇਨ ਦ ਸੈਂਸ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਵੀ ਹਾਂ ਘੁੱਟ ਕੇ ਜੱਫੀ ਪਾ ਕੇ ਬੰਦਾ ਕਹਿੰਦਾ ਹੈ ਕਿ ਇਮੋਸ਼ਨਲ ਸਪੋਰਟ ਲਓ ਉਹਨਾਂ ਤੋਂ। ਐਂਡ ਵੀ ਸ਼ੁੱਡ ਫੋਕਸ ਕਿ ਜਿਹੜੇ ਸਾਡੀ ਜ਼ਿੰਦਗੀ 'ਚ ਅਸੀਂ ਪੋਜ਼ਿਟਿਵਿਟੀ ਹਾਲੇ ਤੱਕ ਗੇਨ ਕੀਤੀ ਹੈ ਉਹਦੇ ਤੇ ਫੋਕਸ ਕਰੀਏ। ਇੱਕ ਇਸ ਤੋਂ ਮੇਰੇ ਦਿਮਾਗ 'ਚ ਆਈ ਇੱਕ ਹੋਰ ਕਹਾਣੀ, ਜਿਹੜੀ ਕਿ ਲੋਨਲੀਨੈਸ ਬਹੁਤ ਜ਼ਿਆਦਾ ਹੈ ਜਦੋਂ ਇੱਥੇ ਇਮੀਗ੍ਰੈਂਟ ਜਾਂਦੇ ਨੇ, ਉਹ ਇੱਕ ਫੈਕਟਰ ਹੈ ਜੋ ਮੈਂ ਮਿਸ ਕਰ ਗਿਆ ਆਪਣੀ ਗੱਲ ਦੇ ਵਿੱਚ। ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ ਲੋਨਲੀਨੈਸ। ਲੈਂਗੁਏਜ, ਤੁਹਾਡਾ ਕਲਚਰ। ਬਹੁਤ ਸਾਰੇ ਲੋਕੀ ਆਉਂਦੇ ਨੇ ਜਿਹੜੇ ਮੇਰੇ ਕੋਲ ਸਾਈਕਾਈਟਰਿਸਟ ਉੱਥੇ ਨਹੀਂ ਮਿਲਦਾ, ਜਾਂ ਉੱਥੇ ਮਿਲਦਾ ਤਾਂ ਉਹ ਚਾਈਨੀਜ਼ ਹੁੰਦਾ ਜਾਂ ਉਹ ਗੋਰਾ ਹੁੰਦਾ, ਉਹ ਕਹਿੰਦੇ ਸਾਨੂੰ ਤਾਂ ਉਹਦੀ ਗੱਲ ਹੀ ਨਹੀਂ ਸਮਝ ਆਈ, ਸਾਨੂੰ ਉਹਦੀ ਨਹੀਂ ਸਮਝ ਆਈ, ਉਹਨੂੰ ਸਾਡੀ ਨਹੀਂ ਸਮਝ ਆਈ। ਸੋ ਇਟ ਵਾਜ਼ ਅ ਬਿਗ ਬਲੌਕ, even though they took an appointment, but help kuch bhi na ho saki. So that is another reason why they come back to India all the way. ਡਾਕਟਰ ਸਾਹਿਬ ਤੁਹਾਡਾ ਫੋਨ ਨੰਬਰ ਕਿੰਨਾ? ਮੇਰਾ ਹੈਗਾ ਜੀ 9417253131 94 172 53131. Another number is 98722 53131. ਸੋ ਜੇ ਕੋਈ ਪੰਜਾਬ ਆ ਰਹੇ ਨੇ ਇਸ ਵਿੰਟਰ ਦੇ ਵਿੱਚ ਲੋਕ, ਤੁਹਾਨੂੰ ਅਪਾਇੰਟਮੈਂਟ ਬਣਾ ਸਕਦੇ ਫੋਨ ਕਰਕੇ। ਮੋਸਟ ਵੈਲਕਮ ਸਰ। ਡਾਕਟਰ ਹਰਦੀਪ ਸਿੰਘ ਹੋਰਾਂ ਦਾ ਨੰਬਰ ਨੋਟ ਕਰ ਲਓ, 98 722 53 131 ਜਾਂ 94 172 53 131। ਡਾਕਟਰ ਸਾਹਿਬ ਬੜੀ ਮਿਹਰਬਾਨੀ, ਸ਼ੁਕਰੀਆ। ਥੈਂਕ ਯੂ ਸੋ ਮਚ।